सत श्री अकाल जी। स्वागत है तुहाडा साडे प्लेटफॉर्म मास्टर क्लासिस पटियाला ते। अज असी इत्थे बेसिकली तां आए हैं कि आपां इस चीज़ नूं डिस्कस कर सकीए कि आउण वाले पेपरां दी साडी स्ट्रैटेजी की रहनी चाहिए है, क्योंकि हुणे हुणे तुहानूं भी पता है कि PSSB ने अपना टाइम टेबल जिहड़ा है वो इशू करता है कि जिवें पेपर जिहड़े आ काफ़ी एक्सपैक्टड, जिवें कि ਇਹ ਅਕਸਰ ਲੋਕ ਕਹਿ ਰਹੇ ਸੀਗੇ ਕਿ ਇੰਸਟੀਟਿਊਟਸ ਵਾਲੇ ਕਿ ਸਾਨੂੰ ਅੰਦਰ ਖਾਤੇ ਤੋਂ ਪਤਾ ਹੈ ਕਿ ਪੇਪਰ ਸਤੰਬਰ 'ਚ ਹੋ ਰਹੇ ਆ, ਕੋਈ ਕਹਿ ਰਿਹਾ ਜੀ PSSB ਦੇ ਪੇਪਰ ਅਕਤੂਬਰ 'ਚ ਹੋ ਰਹੇ ਆ। ਤਾਂ ਮੈਂ ਉਦੋਂ ਵੀ ਇੱਕ ਗੱਲ ਕਹਿੰਦਾ ਸੀਗਾ ਕਿ ਇਹ ਏਜੰਸੀਆਂ, ਇਹ ਬੋਰਡ ਜਦੋਂ ਪੇਪਰ ਕੰਡਕਟ ਕਰਨ ਦਾ ਪਲਾਨ ਕਰਦੇ ਆ ਨਾ, ਤਾਂ ਜੇ ਅਸੀਂ ਇਹਨਾਂ ਨੂੰ ਅੰਦਰ ਖਾਤੇ ਤੋਂ ਜੈਨੂਅਨਲੀ ਸਮਝਦੇ ਆ ਨਾ, ਇਹਨਾਂ ਏਜੰਸੀਆਂ ਨੂੰ, PSSB ਹੋ ਗਈ, PPSC ਹੋ ਗਈ, ਤਾਂ ਜਿਹੜਾ ਬਹੁਤ ਜ਼ਿਆਦਾ ਸਮਝਣ ਵਾਲਾ ਬੰਦਾ ਹੈ ਉਹ ਕਦੇ ਵੀ ਦਾਅਵਾ ਨਹੀਂ ਕਰਦਾ। ਉਹਨੂੰ ਪਤਾ ਹੁੰਦਾ ਹੈ ਕਿ ਪੇਪਰ ਦੀ ਤਰੀਕ ਇਹਨਾਂ ਨੇ ਆਹ ਰੱਖੀ ਹੋਈ ਆ, ਇਹਨਾਂ ਨੇ ਆਪ ਪੇਪਰ ਤੋਂ 20 ਦਿਨ ਪਹਿਲਾਂ ਮੁੱਕਰ ਸਕਦੇ ਆ ਇਹ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਕਦੇ ਵੀ ਦਾਅਵੇ ਤੇ ਕਲੇਮ ਤਾਂ ਕਿਤੇ ਹੀ ਨਹੀਂ ਜਾ ਸਕਦੇ। ਸੋ ਇਹਨੂੰ ਲੈ ਕੇ ਜਦੋਂ ਵੀ ਕੋਈ ਮੈਨੂੰ ਪੁੱਛਦਾ ਹੁੰਦਾ ਕਿ ਸਰ ਤੁਹਾਡੇ ਸੋਰਸਿਸ ਕੀ ਕਹਿੰਦੇ ਆ, ਤਾਂ ਮੇਰਾ ਇੱਕੋ ਹੀ ਜਵਾਬ ਹੁੰਦਾ ਕਿ ਸਾਡੇ ਕੋਲ ਕੋਈ ਸੋਰਸ ਨਹੀਂ ਹੈਗਾ ਕਿ ਜਿਹੜਾ ਸਾਨੂੰ ਇਹ ਦੱਸ ਸਕੇ ਕਿ ਫਲਾਣਾ ਪੇਪਰ ਕਦੋਂ ਹੋਣਾ ਤੇ ਆਹ ਪੇਪਰ ਕਦੋਂ ਹੋਣਾ ਹੈ। ਹਾਂ, ਪੇਪਰ ਦੀ ਤਰੀਕ ਆ ਗਈਆਂ ਹੈ, ਤਰੀਕਾਂ ਤਕਰੀਬਨ ਆ ਗਈਆਂ ਹੈ। ਹੁਣ ਪੰਜਾਬ ਪੁਲਿਸ ਨੇ ਕਹਿਤਾ ਕਿ ਅਸੀਂ ਅਕਤੂਬਰ ਦੇ ਅੱਧ 'ਚ ਪੇਪਰ ਲਵਾਂਗੇ। ਇਹ ਵੀ ਹੋ ਸਕਦਾ ਕਿ ਉਹ ਸਬ ਇੰਸਪੈਕਟਰ ਦਾ ਪੇਪਰ 9 ਨੂੰ, ਫਿਰ ਹੈੱਡ ਕਾਂਸਟੇਬਲ ਦਾ ਤੇ ਉਹ ਲੈ ਲੈਣ। ਤਾਂ ਸਾਡੇ ਕੋਲ 15-20 ਦਿਨ, ਤੇ ਇਹ ਸਟ੍ਰੈਟਜੀ ਐਵੇਂ ਦੀ ਹੋਣੀ ਚਾਹੀਦੀ ਹੈ ਕਿ ਇਸੇ ਸਟ੍ਰੈਟਜੀ ਦੇ ਉੱਪਰ ਹੀ ਇੱਕ ਪਰਤ ਚੜ੍ਹ ਜੇ ਜਿਹਦੇ ਨਾਲ ਸਾਡੀ SS ਬੋਰਡ ਦੇ ਪੇਪਰਾਂ ਦੀ ਤਿਆਰੀ ਹੋ ਜੇ, ਜਿਨ੍ਹਾਂ 'ਚ ਮੁੱਖ ਪੇਪਰ ਐਕਸਾਈਜ਼, ਵੀਡੀਓ ਕਲਰਕ ਨੇ ਤੇ ਪੰਜਾਬ ਪੁਲਿਸ ਦੇ ਆਹ ਪੇਪਰ ਨੇ ਜਿਨ੍ਹਾਂ ਦੀ ਤਿਆਰੀ ਬੱਚੇ ਚਾਹੁੰਦੇ ਆ ਕਰਨੀ। ਤੇ ਸਟ੍ਰੈਟਜੀ ਤਕਰੀਬਨ ਹਰ ਇੱਕ ਸਟੂਡੈਂਟ ਚਾਹੁੰਦਾ ਹੈ ਕਿ ਉਹਨੂੰ ਕੋਈ ਕੋਰਸ ਖਰੀਦਣ ਦੀ ਸਲਾਹ ਨਾ ਹੀ ਦਿੱਤੀ ਜਾਵੇ ਤਾਂ ਚੰਗਾ ਹੈ। ਤੇ ਇਸ ਟਾਈਮ ਤੁਸੀਂ ਤਾਂ ਕਹੋਗੇ ਕਿ ਹੈੱਡ ਕਾਂਸਟੇਬਲ ਤੇ ਕਾਂਸਟੇਬਲ, ਮੈਂ ਤਾਂ ਇਹ ਵੀ ਸਲਾਹ ਦਊਂਗਾ ਕਿ ਸ਼ਾਇਦ ਐਕਸਾਈਜ਼ ਵਾਸਤੇ ਵੀ ਕੋਈ ਕੋਰਸ ਖਰੀਦਣ ਦੀ ਸਪੈਸ਼ਲੀ ਸਾਡੇ ਕੋਲੋਂ ਤਾਂ ਕੋਈ ਲੋੜ ਹੈ ਨਹੀਂ, ਕਿਉਂਕਿ ਅਸਲ 'ਚ 2-2.5 ਮਹੀਨੇ 3 ਮਹੀਨੇ ਤਾਂ ਤੁਹਾਨੂੰ ਇਸ ਚੀਜ਼ 'ਚ ਦੀ ਵੀ ਲੱਗ ਜਾਣੇ ਆ ਕਿ ਬਈ ਤੁਸੀਂ ਜਿੰਨਾ ਕੁ ਤੁਸੀਂ ਕਿਸੇ ਵੀ ਇੰਸਟੀਟਿਊਟ 'ਚ ਕਿਤੇ ਵੀ ਪੜ੍ਹਿਆ ਹੋਇਆ ਹੈ। ਦੇਖੋ ਇਹ ਗੱਲ ਤਾਂ ਬੜੀ ਪੱਕੀ ਆ, ਆਹ ਸਾਰੇ ਪੇਪਰ ਜਿਹੜੇ ਇੱਥੇ ਲਿਖੇ ਆ ਨਾ, ਇਹਨਾਂ ਪੇਪਰਾਂ ਦੀ ਤਿਆਰੀ ਜਿਹੜੀ ਆ ਉਹ ਸ਼ਾਇਦ ਇੱਕ ਕਿਸੇ ਪਰਟੀਕੂਲਰ ਇੰਸਟੀਟਿਊਟ ਦੀ ਬਜਾਏ ਆਪਣੇ ਆਪ ਤੇ ਜ਼ਿਆਦਾ ਨਿਰਭਰ ਕਰਦੀ ਆ। ਹੁਣ ਤੁਹਾਡੇ 'ਚੋਂ ਬਹੁਤੇ ਜਿਹੜੇ ਆ ਉਹਨਾਂ ਨੂੰ ਕਈ ਵਾਰੀ ਆਪਾਂ ਕਹਿ ਦਿੰਦੇ ਆ ਨਾ ਕਿ ਮੈਰਾਥਨ ਲਾ ਲਓ, ਫਲਾਣਾ ਕਰ ਲਓ, ਆਹ ਕਰ ਲਓ, ਇੰਸਟੀਟਿਊਟਸ ਵਾਲੇ ਕਹਿ ਦਿੰਦੇ ਆ, ਤੇ ਬਾਅਦ 'ਚ ਪਤਾ ਲੱਗਦਾ ਹੈ ਕਿ ਜੀ ਫਿਰ ਉਹ ਕਲੇਮ ਵੀ ਕਰਦੇ ਆ ਕਿ ਆਹ ਦੇਖੋ 12 ਕੁਐਸਚਨ ਸਾਡੇ ਇੰਸਟੀਟਿਊਟ ਦੇ ਕੋਆਪਰੇਟਿਵ 'ਚ ਆਏ, ਪਰ ਉਹ 12 ਕੁਐਸਚਨਾਂ ਨਾਲ ਤੁਸੀਂ ਉਹ ਕੱਟ ਆਫ ਦੇ ਨੰਬਰ ਕਦੇ ਵੀ ਕਲੀਅਰ ਨਹੀਂ ਕਰ ਸਕਦੇ। PPSC ਦੇ ਪੇਪਰ ਕਿਵੇਂ ਆਉਂਦੇ ਆ ਉਹਨਾਂ ਦਾ ਹਸ਼ਰ ਤੁਸੀਂ ਸਭ ਨੇ ਦੇਖ ਲਿਆ। ਕੋਆਪਰੇਟਿਵ ਇੰਸਪੈਕਟਰ ਦੇ ਪੇਪਰ ਨੇ ਅਹਿਸਾਸ ਕਰਾਤਾ, ਜਿੰਨਾ ਮਰਜ਼ੀ ਕਹਿ ਲੈਂਦੇ ਕਿ ਪੇਪਰ ਸੌਖਾ ਸੀ, ਆਹ ਸੀ, ਉਹ ਸੀ, ਤਾਂ ਤੁਸੀਂ ਆਪ ਹਿਸਾਬ ਲਾ ਕੇ ਦੇਖੋ। ਜਿੱਦਾਂ ਬੰਦਾ ਜੈਨੂਅਨਲੀ ਆਪਣੇ ਨੰਬਰ ਬਣਾਉਂਦਾ ਨਾ, ਤਾਂ ਮੈਂ ਉਦੋਂ ਵੀ ਕਹਿੰਦਾ ਸੀ ਜਿਸ ਦਿਨ ਪੇਪਰ ਹੋਇਆ, ਤੇ ਅੱਜ ਵੀ ਕਹਿੰਦਾ ਕਿ ਪੇਪਰ ਦੀ GK ਬਹੁਤ ਔਖੀ ਸੀ। ਹਾਂ, ਉਹਨਾਂ ਪੇਪਰਾਂ ਵਾਸਤੇ ਸਾਨੂੰ ਇੱਕ ਚੰਗੇ ਕੰਟੈਂਟ ਦੀ, ਚੰਗੇ ਡੂੰਘੇ ਡੈਪਥ 'ਚ ਪੜ੍ਹਾਏ ਸਟੱਡੀ ਮਟੀਰੀਅਲ ਦੀ ਲੋੜ ਹੁੰਦੀ ਹੈ। ਉਹ ਕਿੱਥੋਂ ਤਿਆਰ ਕਰਨਾ ਹੈ ਉਹ ਮੇਰਾ ਅੱਜ ਦਾ ਵਿਸ਼ਾ ਹੈ ਹੀ ਨਹੀਂ, ਤੇ ਨਾ ਹੀ ਮੈਂ ਉਸ ਪਾਸੇ ਜਾਣਾ ਹੈ। ਮੈਂ ਤਾਂ ਬਸ ਇਹ ਦੱਸਣਾ ਹੈ ਕਿ ਤੁਸੀਂ ਆਹ ਪੇਪਰਾਂ ਦੀ ਤਿਆਰੀ ਜਿੱਥੋਂ ਵੀ ਜਿਹੜੇ ਵੀ ਪਲੇਟਫਾਰਮ ਤੋਂ ਤੁਸੀਂ ਕੋਰਸ ਬਾਏ ਕਰੇ ਆ, ਜਾਂ ਜਿੱਥੇ ਵੀ ਆਫਲਾਈਨ ਤੁਸੀਂ ਪੜ੍ਹਨ ਜਾਂਦੇ ਆ, ਉਹਦੀ ਮਦਦ ਨਾਲ ਤੁਸੀਂ ਇਹਨਾਂ ਪੇਪਰਾਂ ਦੀ ਤਿਆਰੀ, ਐਕਸਾਈਜ਼ ਤੱਕ ਦੇ ਪੇਪਰ ਦੀ ਤਿਆਰੀ ਨੂੰ ਕਿਵੇਂ ਉਲੀਕ ਸਕਦੇ ਹੋ ਆਪਣਾ। ਦੇਖੋ ਇੱਥੇ ਆ ਕੇ ਕੰਮ ਆਊਗੀ ਆਪਣੀ ਇੱਕ ਚੰਗੀ ਸਟ੍ਰੈਟਜੀ। ਇੱਕ ਚੰਗੀ ਸਟ੍ਰੈਟਜੀ ਕੀ ਹੁੰਦੀ ਆ ਭਲਾ, ਕਿ ਆ ਵੀ ਕਰ ਲਓ, ਆ ਵੀ ਕਰ ਲਓ, ਆ ਵੀ ਕਰ ਲਓ, ਫਿਰ ਉਹ ਸਟ੍ਰੈਟਜੀ ਕਾਹਦੀ ਹੋਈ? ਚੰਗੀ ਸਟ੍ਰੈਟਜੀ ਹੁੰਦੀ ਆ ਵੀ ਛੱਡ ਸਕਦੇ ਹੋ, ਆ ਵੀ ਛੱਡ ਸਕਦੇ ਹੋ, ਆ ਵੀ ਛੱਡ ਸਕਦੇ ਹੋ, ਪਹਿਲ ਦੇ ਆਧਾਰ ਤੇ ਆ ਕਰੋ। ਤੁਸੀਂ ਜੇ ਸੁਪਰੀਡੈਂਟੈਂਟ ਦਾ ਪੇਪਰ ਹੋਇਆ ਹੁਣੇ ਇੱਕ, ਠੀਕ ਆ, ਕਿਉਂਕਿ ਸਾਡੀ ਅਕਸਰ ਆਦਤ ਹੁੰਦੀ ਆ ਕਿ ਜੇ ਕਿਸੇ ਨੇ ਕਿ ਅਸੀਂ ਕਿਸੇ ਨੂੰ ਸਲਾਹ ਦੇਣ ਤੋਂ ਟਲਦੇ ਨਹੀਂ, ਕਈ ਵਾਰੀ ਅਧੂਰੀ ਜਾਣਕਾਰੀ ਨਾਲ ਅਸੀਂ ਕਿਸੇ ਨੂੰ ਸਲਾਹ ਦੇ ਦਿੰਦੇ ਆ। ਮੈਂ ਜਦੋਂ ਸੁਪਰੀਡੈਂਟੈਂਟ ਦਾ ਪੇਪਰ ਦੇਖਿਆ ਜਿਹੜਾ ਇਸ ਵਾਰ ਹੁਣ ਹੋਇਆ ਸੀਗਾ, ਪਤਾ ਨਹੀਂ 17-18 ਨੂੰ ਕਿ 11 ਤਰੀਕ ਨੂੰ, ਜਦੋਂ ਵੀ ਰਿਹਾ ਹੋਊਗਾ ਪੇਪਰ, ਪਿਛਲੇ ਹਫਤੇ ਦੇ ਦੌਰਾਨ PSSB ਨੇ ਇੱਕ ਪੇਪਰ ਲਿਆ, ਤਾਂ ਪੇਪਰ ਨਾਈਲੈਟ ਨਾਮ ਦੀ ਏਜੰਸੀ ਦਾ ਛਾਪਿਆ ਹੋਇਆ ਸੀ। ਇਹਦਾ ਕੀ ਮਤਲਬ ਹੋਇਆ ਕਿ ਬਹੁਤ ਜ਼ਿਆਦਾ ਚਾਂਸ ਇਹੀ ਆ ਕਿ PSSB ਦੇ ਅਗਲੇ ਪੇਪਰ ਵੀ ਨਾਈਲੈਟ ਦੁਆਰਾ ਹੀ ਲਏ ਜਾਣਗੇ। ਨਾਈਲੈਟ ਉਹ ਏਜੰਸੀ ਆ ਜਿਹਨੇ ਪਿਛਲੀ ਵਾਰ ਕਲਰਕ ਤੇ ਜੇਲ੍ਹ ਵਾਰਡਰ ਦੇ ਪੇਪਰ ਛਾਪੇ ਸੀ। ਉਹਨਾਂ ਦੇ ਪੇਪਰਾਂ ਤੇ ਐਕਸਾਈਜ਼ ਪਟਵਾਰੀ ਦੇ ਪੇਪਰ 'ਚ ਇੱਕ ਚੀਜ਼ ਡਿਫਰੈਂਸ ਸਾਫ਼ ਦਿਸ ਰਿਹਾ ਸੀਗਾ ਕਿ ਐਕਸਾਈਜ਼ ਦਾ ਪੇਪਰ ਤੇ ਜੇਲ੍ਹ ਵਾਰਡਨ ਦਾ, ਐਕਸਾਈਜ਼ ਤੇ ਪਟਵਾਰੀ ਦੇ ਪੇਪਰ 'ਚ ਪੁਰਾਣੇ ਪੇਪਰਾਂ 'ਚੋਂ ਸਵਾਲ ਆਏ ਸੀ, ਪਰ ਕਲਰਕ
ਤੇ ਜੇਲ੍ਹ ਵਾਰਡਰ ਦੇ ਪੇਪਰਾਂ ਦੇ ਸਵਾਲ ਸਾਰੇ ਨਵੇਂ ਸੀ, ਲੈਵਲ ਭਾਵੇਂ ਔਖਾ ਸੌਖਾ ਹੋਵੇ ਤੇ ਸਵਾਲ ਸੀਗੇ ਵੀ ਯੂਨੀਕ, ਵਧੀਆ ਲੈਵਲ ਦੇ ਸਵਾਲ ਸੀ। ਤੁਸੀਂ ਇਹ ਦੇਖੋ ਪੇਪਰ ਵੀ ਔਖੇ ਸੀਗੇ। ਐਕਸਾਈਜ਼ ਦੀ ਕਟ ਆਫ, ਜਦ ਕਿ ਐਕਸਾਈਜ਼ ਤੇ ਕਲਰਕ ਦਾ ਪੇਪਰ ਦੇਣ ਵਾਲੇ ਬੱਚੇ ਤਕਰੀਬਨ ਉਹੀ ਸੀਗੇ। ਕੋਈ ਇਹ ਨਹੀਂ ਕਹਿ ਸਕਦਾ ਕਿ ਐਕਸਾਈਜ਼ ਦਾ ਪੇਪਰ ਸੀ ਤਾਂ ਕਰੀਮ ਨੇ ਦਿੱਤਾ ਇਸ ਕਰਕੇ ਕਟ ਆਫ ਵੱਧ ਗਈ ਹੈ, ਨਹੀਂ। ਐਕਸਾਈਜ਼ ਦੇ ਪੇਪਰ ਰੈਲੇਟਿਵਲੀ ਪੁਰਾਣੇ ਪੇਪਰਾਂ ਚੋਂ ਬਹੁਤ ਆਇਆ ਸੀ, ਜਿੱਥੇ ਅਕਸਰ ਇੰਸਟੀਟਿਊਟ ਕਹਿ ਦਿੰਦੇ ਆ ਕਿ ਅਸੀਂ ਆਪਣੀ ਟੈਸਟ ਸੀਰੀਜ਼ ਬਣਾਈ ਸੀ, ਉਹਦੇ ਚੋਂ ਇੰਨੇ ਸਵਾਲ ਆ ਗਏ। ਜੇਲ੍ਹ ਵਾਰਡਨ ਤੇ ਕਲੈਰੀਕਲ ਦੇ ਪੇਪਰ 'ਚ ਸਵਾਲ ਨਵੇਂ ਸੀ ਸਾਰੇ, ਸਭ ਨੂੰ ਦਿੱਕਤ ਹੋਈ। ਉੱਥੇ ਫਿਰ ਕਾਮਯਾਬ ਕੌਣ ਬੱਚਾ ਹੋਊਗਾ ਜੇ ਉਵੇਂ ਦੇ ਪੇਪਰ, ਜਿਵੇਂ ਇਸ ਵਾਰ ਸੁਪਰੀਡੈਂਡੈਂਟ ਤੋਂ ਕੰਮ ਚੱਲਿਆ ਹੈ, ਹੁਣ ਅਗਲਾ 24 ਤਰੀਕ ਨੂੰ ਪੇਪਰ ਹੋਊਗਾ ਆਪਣਾ ਸੁਪਰਵਾਈਜ਼ਰ ਦਾ, ਉੱਥੋਂ ਹੋਰ ਕਨਫਰਮ ਹੋ ਜਾਊਗਾ ਕਿ ਪੇਪਰ ਨਾਈਲਟ ਛਾਪੂਗੀ ਕਿ ਨਿਟਰ ਛਾਪੂਗੀ। ਕਿਉਂਕਿ ਕੋਈ ਵੀ ਜਿਹੜਾ ਸਟ੍ਰੈਟਜੀ ਬਣਵਾ ਰਿਹਾ ਤੁਹਾਡੀ, ਉਹ ਕਦੇ ਵੀ ਗੱਲ ਨਹੀਂ ਕਰਦਾ ਕਿ ਪੇਪਰ ਛਾਪੂਗਾ ਕੌਣ, ਠੀਕ ਆ। ਸੇਮ ਇਸੇ ਤਰੀਕੇ ਨਾਲ ਪੇਪਰ ਕੰਡਕਟ ਕਰਨ ਦੀ ਪੰਜਾਬ ਪੁਲਿਸ ਨੇ ਜ਼ਿੰਮੇਵਾਰੀ TCS ਨੂੰ ਦਿੱਤੀ ਹੈ। ਪਿਛਲੀ ਵਾਰ ਵੀ TCS ਕੋਲ ਸੀ, ਪਰ TCS ਦੇ ਬਾਵਜੂਦ ਜਿਹੜਾ ਆਫਲਾਈਨ ਪੇਪਰ ਸੀਗਾ ਕਾਂਸਟੇਬਲ ਦਾ, ਤੁਸੀਂ ਸੋਚਿਆ ਕਿ ਉਹ TCS ਨੇ ਛਾਪਿਆ ਸੀ। ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿ ਜਦੋਂ ਦਾ ਪੇਪਰ ਆਨਲਾਈਨ ਹੁੰਦਾ ਤਾਂ ਕੰਟੈਂਟ TCS ਆਪਣਾ ਯੂਜ਼ ਕਰਦੀ ਹੈ, ਤੇ ਜਦੋਂ ਪੇਪਰ ਆਫਲਾਈਨ ਹੁੰਦਾ ਤਾਂ ਫਿਰ TCS ਆਪਣਾ ਕੰਟੈਂਟ ਉੱਥੇ ਵੀ ਯੂਜ਼ ਨਹੀਂ ਕਰਦੀ। ਉੱਥੇ ਵੀ ਪੇਪਰ ਲੋਕਲ ਏਜੰਸੀਆਂ ਦੁਆਰਾ ਹੀ ਤਿਆਰ ਕਰਕੇ ਦਿੱਤਾ ਜਾਂਦਾ ਹੈ ਸਰਕਾਰਾਂ ਨੂੰ ਜਾਂ ਪੇਪਰ ਕੰਡਕਟ ਕਰਨ ਵਾਲੀ ਬਾਡੀ ਨੂੰ। ਸਾਨੂੰ ਉਹਨਾਂ ਦੇ ਪੇਪਰ ਦੇ ਅਕੋਰਡਿੰਗ ਹੀ ਆਪਣੀ ਤਿਆਰੀ ਨੂੰ ਉਲੀਕਣਾ ਚਾਹੀਦਾ ਹੈ। ਖੈਰ ਹੁਣ ਅਗਲੇ ਪੁਆਇੰਟ ਤੇ ਆ ਜਾਓ ਕਿ ਇਸ ਤਿਆਰੀ ਨੂੰ ਆਪਾਂ ਕਿਵੇਂ ਲੈ ਕੇ ਚੱਲੀਏ। ਮੈਂ ਇਹ ਮੰਨ ਕੇ ਚੱਲੂੰਗਾ ਕਿ ਤੁਸੀਂ ਆਪੋ ਆਪਣੇ ਪਲੇਟਫਾਰਮਸ ਤੋਂ ਆਫਲਾਈਨ, ਆਨਲਾਈਨ ਜਾਂ ਸੈਲਫ ਸਟੱਡੀ ਕੋਈ ਵੀ ਮੋਡ ਰਿਹਾ ਹੈ, ਤੁਸੀਂ ਸਾਰੇ ਸਬਜੈਕਟ ਥੋੜੇ ਪੜ੍ਹੇ ਹੋਏ ਆ। ਜਿਵੇਂ YouTube ਤੇ ਬਹੁਤ ਵਧੀਆ ਪਲੇਟਫਾਰਮਸ ਤੇ, ਜਿਵੇਂ ਜੇ ਮੈਂ ਸਪੈਸ਼ਲੀ ਗੱਲ ਕਰਾਂ YouTube ਤੇ ਇੱਕ ਬੜੇ ਵਧੀਆ ਟੀਚਰ ਨੇ ਪ੍ਰੋਫੈਸਰ ਬਲਜਿੰਦਰ ਜੀ, ਉਹਨਾਂ ਦਾ ਪੋਜ਼ਿਟਿਵ ਵਾਈਬਸ ਚੈਨਲ ਆ, ਠੀਕ ਆ। ਉਹਨਾਂ ਨੇ ਬਹੁਤ ਸੋਹਣਾ ਕੰਪਿਊਟਰ ਜਿਹੜਾ ਹੈ YouTube ਤੇ ਵੀ ਆਲਰੇਡੀ ਕਵਰ ਕਰਾਇਆ ਹੋਇਆ, ਆਲਦੋ ਉਹਨਾਂ ਦੀ ਆਪਣੀ ਇੱਕ ਐਪ ਵੀ ਆ, ਠੀਕ ਆ। ਤਾਂ ਭਾਵੇਂ ਤੁਸੀਂ ਉਹਨਾਂ ਦੀ ਐਪ ਤੋਂ ਕੋਰਸ ਲਿਆ ਹੋਵੇ, ਠੀਕ ਆ, ਤੇ ਇਸ ਚੀਜ਼ ਤੇ ਤਾਂ ਮੈਂ ਦੇਖੋ ਓਬਵੀਅਸ ਜੀ ਗੱਲ ਆ, ਇਹ ਉਹਨਾਂ ਦੀ ਕਹਿ ਲਓ ਕਿ ਡੋਮੇਨ 'ਚ ਆ ਕਿ ਆਫਲਾਈਨ ਜਿਹੜਾ ਉਹਨਾਂ ਦਾ ਰਿਕਾਰਡਡ, ਜਿਹੜਾ ਉਹਨਾਂ ਦਾ YouTube ਵਾਲਾ ਹੈ ਤੇ ਜਿਹੜਾ ਉਹਨਾਂ ਦਾ ਕੋਰਸ ਉਹਦੇ 'ਚ ਪਿਆ, ਐਪ 'ਚ ਪਿਆ, ਉਹਦੇ 'ਚ ਕਿੰਨਾ ਕੁ ਫਰਕ ਆ। ਹਾਂ, ਜਿਹੜੇ ਬੱਚੇ ਜਿੱਥੋਂ ਵੀ ਕਰ ਸਕਦੇ ਹੋਣਗੇ ਜਾਂ ਜਿੱਥੋਂ ਵੀ ਕਰਿਆ ਹੋਊਗਾ, ਮੈਂ ਤਾਂ ਸਿਰਫ ਉਹਨਾਂ ਦੀ ਉਹ ਪਲੇ ਲਿਸਟ ਦੱਸ ਸਕਦਾ ਜਿਹੜੀ YouTube ਤੇ ਉਹਨਾਂ ਨੇ ਰੱਖੀ ਹੋਈ ਆ, ਜਿਹਦੇ 'ਚ ਉਹਨਾਂ ਨੇ ਸਬ ਇੰਸਪੈਕਟਰ ਦੇ ਕੁਐਸਚਨਸ ਕਰਾਏ, ਲੈਵਲ ਦਾ ਪੇਪਰ ਵੀ ਕਵਰ ਕਰਾਇਆ ਹੋਇਆ ਹੈ। ਸੋ ਜਿਹੜੇ ਬੱਚੇ ਦੀ ਪਹੁੰਚ 'ਚ ਹੋਰ ਕੁਛ ਨਹੀਂਗਾ, ਉਹ ਪਲੇ ਲਿਸਟ ਤਾਂ ਸਭ ਦੀ ਪਹੁੰਚ 'ਚ ਹੋਊਗੀ। ਤੁਸੀਂ ਬੜੇ ਆਰਾਮ ਨਾਲ ਉੱਥੋਂ ਆਪਣਾ ਕੰਪਿਊਟਰ ਜਿਹੜਾ ਹੈ ਤਿਆਰ ਕਰ ਲਿਆ। ਮੈਥ ਰੀਜ਼ਨਿੰਗ ਬਹੁਤ ਸਾਰੇ YouTube ਤੇ ਪਲੇਟਫਾਰਮ ਨੇ, ਤੁਸੀਂ ਮੈਥਸ SSC ਪਲੇਲਿਸਟ ਜਾਂ ਮੈਥਸ ਪਲੇਲਿਸਟ ਲਿਖ ਕੇ ਸਰਚ ਕਰ ਦਿਓ, ਤੁਹਾਨੂੰ ਪੂਰੀ ਦੀ ਪੂਰੀ ਪਲੇਲਿਸਟ ਮੈਥ ਦੀ, ਰੀਜ਼ਨਿੰਗ ਦੀ ਲੱਭ ਜੂਗੀ। ਇਹ ਮੈਂ ਕਿਉਂ ਕਿਹਾ? ਸਭ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਯਕੀਨੀ ਬਣਾਓ ਕਿ ਕੀ ਤੁਸੀਂ ਮੈਥ ਤੇ ਰੀਜ਼ਨਿੰਗ ਤੇ ਕੰਪਿਊਟਰ 3 ਸਬਜੈਕਟ ਕਰ ਲਏ। ਇਹ ਤਿੰਨੇ ਬਹੁਤ ਕੰਪਲਸਰੀ ਸਬਜੈਕਟ ਨੇ। ਇਹਨਾਂ ਤਿੰਨਾਂ ਨੂੰ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ, ਤੁਸੀਂ 2021 ਦੇ ਸਾਰੇ SI ਦੇ, ਸਾਰੇ ਨਹੀਂ 10 ਤੋਂ 12 SI ਦੇ ਤੇ 10 ਕੁ ਪੇਪਰ SS ਬੋਰਡ ਦੇ, ਜਿਹਨੂੰ PSSB ਵੀ ਇਕੱਠੇ ਕਰ ਲਓ। ਜਿਵੇਂ ਕਿ ਸਾਡੀਆਂ ਆਪਣੀਆਂ ਬੁੱਕਸ ਵੀ ਆਈਆਂ ਹੋਈਆਂ, ਤੇ ਇਕੱਲੀਆਂ ਸਾਡੀਆਂ ਨਹੀਂ, ਬੜੀਆਂ ਬੁੱਕਸ ਨੇ, ਬੜੇ ਇੰਸਟੀਟਿਊਟਸ ਨੇ ਜਾਂ ਬਹੁਤ ਪਲੇਟਫਾਰਮਸ ਨੇ ਬੁੱਕਸ ਬਣਾਈਆਂ ਪ੍ਰੀਵੀਅਸ ਈਅਰ, ਜਿਹ 'ਚ SS ਬੋਰਡ ਦੇ ਤੇ SI ਦੇ ਮੈਂ ਕਹਿੰਦਾ 21 ਵਾਲੇ ਪੇਪਰ ਇਕੱਠੇ ਹੋਣ। 21 ਵਾਲੇ ਪੇਪਰਾਂ ਦਾ ਸਾਰਾ ਮੈਥ, ਜਿਹਦੇ 'ਚ ਕੀ ਘੱਟੋ ਘੱਟ 20 ਤੋਂ 25 ਪੇਪਰ SS ਬੋਰਡ ਦੇ ਤੇ 10 ਤੋਂ 12 ਪੇਪਰ ਸਬ ਇੰਸਪੈਕਟਰ ਦੇ ਹੋਣੇ ਚਾਹੀਦੇ ਆ ਤੁਹਾਡੇ ਕੋਲ। ਇਹਨਾਂ ਪੇਪਰਾਂ ਦਾ ਮੈਥ ਤੇ ਰੀਜ਼ਨਿੰਗ ਤੇ ਕੰਪਿਊਟਰ ਇਹ ਪਹਿਲੀ ਸੱਟੇ ਕਰਨਾ ਤੁਸੀਂ ਸਾਰਾ, ਤਾਂ ਕਿ ਇਹ ਨਾ ਹੋਵੇ ਜਦੋਂ ਤੁਸੀਂ ਸਬ ਇੰਸਪੈਕਟਰ ਦੇ ਤੇ SS ਬੋਰਡ ਦੇ ਜਿਹੜੇ 21 ਵਾਲੇ ਪੇਪਰ ਹੋਏ ਆ, 2021 ਵਾਲੇ ਪੇਪਰ ਹੋਏ ਆ, ਤੁਸੀਂ ਉਹਨਾਂ ਦਾ ਮੈਥ ਰੀਜ਼ਨਿੰਗ ਤੇ ਕੰਪਿਊਟਰ ਕਰ ਲਿਆ ਨਾ ਇੱਕ ਵਾਰ। ਦੇਖਣਾ ਕਿੱਥੋਂ ਆ? ਆਪੋ ਆਪਣੇ ਪਲੇਟਫਾਰਮਸ ਤੋਂ ਜਾਂ YouTube ਤੋਂ। ਮੈਥ ਤੇ ਰੀਜ਼ਨਿੰਗ ਤੇ ਕੰਪਿਊਟਰ ਬਹੁਤ ਈਜ਼ੀਲੀ ਅਸੈਸੇਬਲ ਆ। ਕੰਪਿਊਟਰ ਦਾ ਤੇ ਮੈਂ ਸਰੋਤ ਵੀ ਦੱਸਦਾ, ਤੇ ਮੈਥ ਰੀਜ਼ਨਿੰਗ ਦੇ ਬਹੁਤ ਸਾਰੇ ਸਰੋਤ ਆ, ਕਿਸੇ ਇੱਕ ਦਾ ਨਾਂ ਲਊਂਗਾ ਦੂਜਾ ਗੁੱਸਾ ਕਰ ਜਾਊਗਾ। ਤਾਂ ਤੁਸੀਂ ਇੱਕ ਵਾਰ ਸਾਰਾ ਮੈਥ ਰੀਜ਼ਨਿੰਗ ਤੇ ਕੰਪਿਊਟਰ SI ਦੀ ਪ੍ਰੀਵੀਅਸ ਈਅਰ ਵਾਲੀ ਬੁੱਕ, ਚਾਹੇ ਸਾਡੀ ਹੋਵੇ ਚਾਹੇ ਕਿਸੇ ਦੀ ਹੋਵੇ ਯਾਰ, ਪਹਿਲਾਂ ਮੈਥ ਕੰਪਲੀਟ ਕਰੋ ਸਾਰਾ ਇੱਕ ਵਾਰ 'ਚ, ਫਿਰ ਸਾਰੀ ਰੀਜ਼ਨਿੰਗ ਤੇ ਫਿਰ ਸਾਰਾ ਕੰਪਿਊਟਰ। ਉਸ ਤੋਂ ਬਾਅਦ ਫਿਰ ਤੁਸੀਂ ਆ ਜਾਓ ਦੂਜੀ ਸਟੇਜ ਤੇ ਤੁਸੀਂ ਕਵਰ ਕਰਨੀ ਹੈ ਇੰਗਲਿਸ਼ ਪੰਜਾਬੀ। ਤੁਹਾਨੂੰ ਸਭ ਨੂੰ ਪਤਾ ਹੈ ਕਿ ਸਬ ਇੰਸਪੈਕਟਰ 'ਚ ਗ੍ਰਾਮਰ ਦਾ ਕੋਈ ਬਹੁਤ ਰੋਲ ਨਹੀਂ ਹੁੰਦਾ।
फिर तुसी SI ਦੇ ਪੇਪਰ ਖੋਲਣੇ ਆ ਤੇ ਸਾਰੀ ਦੀ ਸਾਰੀ ਇੰਗਲਿਸ਼ ਪੈਰਿਆਂ ਚੋਂ ਪ੍ਰੈਕਟਿਸ ਕਰਨੀ ਆ, ਫਿਰ ਪੰਜਾਬੀ। ਕਿਉਂਕਿ ਜਿਹੜਾ ਬੱਚਾ SI ਦੇ ਪੇਪਰ ਵਾਸਤੇ ਇੰਗਲਿਸ਼ ਤੇ ਪੰਜਾਬੀ ਦੀ ਪ੍ਰੈਕਟਿਸ ਕਰੂਗਾ ਨਾ SI ਵਾਲੇ ਪੁਰਾਣੇ ਪੇਪਰਾਂ ਚੋਂ, ਉਹ ਕਦੀ SI ਦੇ ਪੇਪਰ 'ਚ ਇੰਗਲਿਸ਼ ਪੰਜਾਬੀ ਦੇ ਪੈਰਿਆਂ ਚੋਂ ਆਨਸਰ ਲੱਭਣ ਵਾਲੀ ਗਲਤੀ ਕਦੇ ਨਹੀਂ ਕਰਕੇ ਆਊਗਾ। ਇਹ ਵੀ ਗਰੰਟੀ ਇਹ ਚੀਜ਼। ਇੰਨਾ ਕੁਛ ਕਰਨ ਨਾਲ ਤੁਸੀਂ ਕਿੰਨੇ ਨੰਬਰ ਦੇ ਪੇਪਰ ਤੇ ਆਪਣਾ ਕਬਜ਼ਾ ਕਰ ਲੋਗੇ, ਇਹ SI ਦੀ ਸਟ੍ਰੈਟੇਜੀ ਆ। ਇਹ ਕਰਨ ਨਾਲ ਤੁਸੀਂ ਕਬਜ਼ਾ ਕਰ ਲੋਗੇ ਆਪਣਾ ਇਹ ਤਕਰੀਬਨ 50 ਨੰਬਰ ਦੀ ਰੀਜ਼ਨਿੰਗ, 30 ਨੰਬਰ ਦਾ ਮੈਥ ਤੇ 30 ਦਾ ਕੰਪਿਊਟਰ, 110 ਨੰਬਰ ਦੇ ਪੇਪਰ ਤੇ ਤੁਹਾਡਾ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਫਿਰ 20 ਨੰਬਰ ਦਾ ਇੰਗਲਿਸ਼ ਪੰਜਾਬੀ, ਤਾਂ ਤਕਰੀਬਨ 150 ਨੰਬਰ ਦਾ ਬਚੀ। ਹੁਣ ਜੀਕੇ ਵਾਸਤੇ ਤੁਸੀਂ ਕੀ ਕਰੋਗੇ? ਜੀਕੇ ਵਾਸਤੇ ਤੁਸੀਂ ਸਭ ਤੋਂ ਇੰਪੋਰਟੈਂਟ ਚੀਜ਼ ਆ ਇੱਕ ਪੋਲਿਟੀ ਤੇ ਇੱਕ ਪੰਜਾਬ, ਠੀਕ ਆ। ਇੱਕ ਪੋਲਿਟੀ ਇੱਕ ਪੰਜਾਬ। ਦੇਖੋ ਸਾਡਾ ਜਿਹੜਾ YouTube ਤੇ ਚੈਨਲ ਆ ਨਾ, ਉਹਦਾ ਨਾਮ ਆ ਮਾਸਟਰ ਕਲਾਸਿਸ ਪਟਿਆਲਾ। ਮੇਰੇ ਇੱਕ ਬਹੁਤ ਅਜ਼ੀਜ਼ ਦੋਸਤ ਹੁੰਦੇ ਸੀਗੇ ਤੇ ਮੇਰੇ ਸਟੂਡੈਂਟ ਵੀ ਰਹੇ ਆ, ਤੇ ਉਹ ਇਸ ਟਾਈਮ ਚੰਡੀਗੜ੍ਹ, ਅਰਸ਼ਦੀਪ ਜੀ, ਉਹ ਸੀਨੀਅਰ ਸਹਾਇਕ ਵੀ ਨੇ ਹੁਣ। ਉਹਨਾਂ ਨੇ ਇੱਕ ਚੈਨਲ ਕ੍ਰੀਏਟ ਕਰਿਆ ਸੀ ਮਾਸਟਰ ਕਲਾਸ, MASTER ਸਪੇਸ ਦੇ ਕੇ CLASS ਮਾਸਟਰ ਕਲਾਸ। ਉਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਲੇਟਫਾਰਮ ਤੇ ਪੋਲਿਟੀ ਤੇ ਪੰਜਾਬ ਪੜ੍ਹਾਇਆ ਸੀ, ਠੀਕ ਆ। ਮੈਂ ਵੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ 'ਚ ਉਹਨਾਂ ਦੀ ਪੋਲਿਟੀ ਦੀ ਪਲੇਲਿਸਟ ਤੇ ਪੰਜਾਬ ਦੀ ਪਲੇਲਿਸਟ ਸ਼ੇਅਰ ਕਰ ਦੂੰਗਾ। ਦੇਖੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸੈਲਫ ਸਟੱਡੀ ਕਰਕੇ ਜਾਂ YouTube ਦੀ ਮਦਦ ਨਾਲ ਪੜ੍ਹਨਾ ਚਾਹੁੰਦੇ ਹੋ, ਠੀਕ ਆ। ਜਿਨ੍ਹਾਂ ਨੇ ਕੋਰਸ ਖਰੀਦਣੇ ਹੁੰਦੇ ਆ ਉਹ ਆਪੇ ਹੀ ਖਰੀਦ ਲੈਂਦੇ ਆ। ਮੈਂ ਇੱਕ ਚਾਹੁੰਦਾ ਕਿ ਹਰ ਇੱਕ ਉਹ ਬੱਚਾ ਜਿਹਦੇ ਕੋਲ ਕੋਰਸ ਨਹੀਂ ਖਰੀਦਣਾ, ਜਿੰਨੇ ਕਿਸੇ ਵੀ ਕਾਰਨ ਕਰਕੇ, ਪਰ ਉਹਦੇ ਕੋਲ ਅੱਜ ਇੰਨਾ ਟਾਈਮ ਹੈਗਾ ਕਿ ਜੇ 2-2.5 ਮਹੀਨਿਆਂ 'ਚ ਆਪਣੀ ਕਿਸਮਤ ਪਲਟਣਾ ਚਾਹੁੰਦਾ ਤਾਂ ਪਲਟ ਲੇ, ਤਾਂ ਇਹਦੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਪਲੇਲਿਸਟ ਪਾ ਦੂੰਗਾ ਮੈਂ ਪੋਲਿਟੀ ਦੀ, ਅਰਸ਼ ਦੀ ਤੇ ਪੰਜਾਬ ਦੀ। ਉੱਥੋਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੋਲਿਟੀ ਤੇ ਪੰਜਾਬ ਕਰ ਸਕਦੇ ਹੋ, ਠੀਕ ਆ। ਉਸ ਤੋਂ ਬਾਅਦ ਬਹੁਤ ਪਲੇਟਫਾਰਮ ਨੇ ਜਿੱਥੋਂ ਤੁਸੀਂ ਕਰੰਟ ਅਫੇਅਰ ਪੜ੍ਹ ਸਕਦੇ ਹੋ, ਚੰਗੇ ਕਰੰਟ ਅਫੇਅਰ। ਕਈ ਵਾਰੀ ਕਈਆਂ ਦੇ ਕਰੰਟ ਅਫੇਅਰਸ ਦਾ ਪੱਧਰ ਬੜਾ ਹਲਕਾ ਹੁੰਦਾ, ਪਰ ਕਈ ਬਹੁਤ ਵਧੀਆ ਕਰੰਟ ਅਫੇਅਰ YouTube ਤੇ ਪੜ੍ਹਾਉਂਦੇ ਆ। ਕਿਸੇ ਦੇ ਵੀ ਜਿਹੜੇ ਤੁਹਾਨੂੰ ਦਿਲ ਨੂੰ ਚੰਗੇ ਲੱਗਦੇ ਆ, ਜਨਵਰੀ ਕਿਤੋਂ ਦਾ ਕਰ ਹੀ ਲਓ। ਬੇਸ਼ੱਕ 1 ਸਾਲ ਪੁਰਾਣੇ ਕਰੰਟ ਅਫੇਅਰ ਅੱਜ ਕੱਲ੍ਹ ਪਾਈ ਜਾਂਦੇ, ਵੈਸੇ ਜੁਲਾਈ ਤੋਂ ਵੀ ਕਰ ਲੋਗੇ ਤਾਂ ਜ਼ਿਆਦਾ ਕੋਈ ਪ੍ਰੋਬਲਮ ਨਹੀਂ, ਕਿਉਂਕਿ ਪੇਪਰ ਬਹੁਤ ਅੱਗੇ ਚਲੇ ਗਏ ਆ। ਹਾਂ, ਪਰ ਸਬ ਇੰਸਪੈਕਟਰ ਲਈ ਅਪ੍ਰੈਲ ਤੋਂ ਤੇ SI USI ਉਹਦੇ ਐਕਸਾਈਜ਼ ਟਾਈਪ ਲਈ ਜੁਲਾਈ ਤੋਂ ਕਰ ਲਓ। ਤੁਸੀਂ 3 ਸਬਜੈਕਟ ਤਾਂ ਬਹੁਤ ਇੰਪੋਰਟੈਂਟ ਕਰਨੇ ਆ, ਪੋਲਿਟੀ, ਪੰਜਾਬ ਤੇ ਕਰੰਟ ਅਫੇਅਰ। ਇਹ 3 ਸਬਜੈਕਟਾਂ ਦੇ ਸਬਜੈਕਟ ਕਰਕੇ ਇਸ ਤੋਂ ਬਾਅਦ ਤੁਹਾਡੇ ਕੋਲੋਂ ਕੀ ਹੋਣਾ ਚਾਹੀਦਾ ਹੈ? ਤੁਹਾਡੇ ਕੋਲ ਇੱਕ ਚੀਜ਼ ਸਭ ਤੋਂ ਵੱਧ ਇੰਪੋਰਟੈਂਟ ਚਾਹੀਦੀ ਆ, ਉਹ ਆ ਆਪਣੀ PSSB ਦੇ ਪੁਰਾਣੇ ਪੇਪਰ। ਇੱਕ ਨਾ ਬਾਜ਼ਾਰ 'ਚ ਕਿਤਾਬ ਆਉਂਦੀ ਹੈ ਤਰੁਣ ਗੋਇਲ ਕਹਿ ਲਓ, ਲਿਊਸੈਂਟ ਕਹਿ ਲਓ, ਅਰੀਹੰਤ ਕਹਿ ਲਓ। ਇਹ ਤਿੰਨਾਂ 'ਚੋਂ ਕੋਈ ਇੱਕ ਕਿਤਾਬ 'ਚੋਂ GK ਪੜ੍ਹਨੀ ਹੈ ਤੁਸੀਂ, ਸਾਰੇ ਸਬਜੈਕਟ ਪੜ੍ਹਨੇ ਆ। ਪ੍ਰੈਫਰੈਂਸ ਕਿਹਨੂੰ ਦੇਣੀ ਆ? ਹਿਸਟਰੀ 'ਚੋਂ ਇਕੱਲੀ ਮਾਡਰਨ ਨੂੰ, ਜੋਗਰਾਫੀ 'ਚੋਂ ਇਕੱਲੀ ਇੰਡੀਆ ਦੀ ਜੋਗਰਾਫੀ, ਪੋਲਿਟੀ ਸਾਰੀ। ਪੰਜਾਬ ਲਈ ਤਾਂ ਤੁਸੀਂ ਪੰਜਾਬ ਦੇ ਵੱਖਰੇ ਸਰੋਤ ਹੈਗੇ ਆ ਤੁਹਾਡੇ ਕੋਲ ਕਿਤਾਬਾਂ ਦੇ, ਠੀਕ ਆ। ਜਿਵੇਂ ਸਾਡਾ ਵੀ ਇੱਕ ਐਡੀਸ਼ਨਲ ਪਲੇਟਫਾਰਮ ਆ ਸਮਾਰਟ, ਉੱਥੋਂ ਅਸੀਂ ਪੰਜਾਬ ਟਾਈਮਜ਼ ਦੀ ਕਿਤਾਬ ਦਿੰਦੇ ਆ। ਜਾਂ ਤੁਹਾਡੇ ਕੋਲ ਹੋਰ ਵੀ ਬਹੁਤ ਸਰੋਤ ਨੇ ਪੰਜਾਬੀ ਦੇ, ਪੰਜਾਬ ਪੜ੍ਹਨ ਦੇ। ਸੋ ਮੈਂ ਕਿਸੇ ਨੂੰ ਵੀ ਨਹੀਂ ਕਹਿਣਾ ਚਾਹੁੰਦਾ ਕਿ ਉਹੀ ਕਿਤਾਬ ਲਓ ਜਿਹੜੀ ਸਾਡੇ ਵਾਲੀ ਹੈ, ਠੀਕ ਆ। ਐਵੇਂ ਹੀ ਗ੍ਰਾਮਰ, ਉਹ ਜਿਹੜੀ ਸਾਡੀ ਪੰਜਾਬ ਟਾਈਮਜ਼ ਆ, ਉਹਦੇ 'ਚ ਪੰਜਾਬ ਦੇ ਨਾਲ ਪੰਜਾਬੀ ਵਿਆਕਰਨ ਵੀ ਆ, ਪਰ ਉਹਦੇ ਬਰਾਬਰ ਦੀਆਂ ਨਰਿੰਦਰ ਦੁੱਗਲ ਤੇ ਹੋਰ ਕਈ ਕਿਤਾਬਾਂ ਤੁਹਾਡੇ ਕੋਲ ਬਾਜ਼ਾਰ 'ਚ ਆਲਰੇਡੀ ਅਵੇਲੇਬਲ ਨੇ, ਤੁਸੀਂ ਖਰੀਦੀਆਂ ਹੋਈਆਂ ਹੈ। ਤਾਂ ਡਬਲ ਖਰੀਦਦਾਰੀ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਪੰਜਾਬ, ਪੋਲਿਟੀ, ਇਹ ਸਾਰੇ ਕਿਤਾਬ ਤੇ ਕਰੰਟ ਅਫੇਅਰਸ। ਇਸ ਤੋਂ ਬਾਅਦ ਤਰੁਣ ਗੋਇਲ 'ਚੋਂ ਆ 2 ਚੀਜ਼ਾਂ ਪੜ੍ਹ ਕੇ ਨਾ, ਇੱਕ ਪੋਲਿਟੀ, ਇੱਕ ਜੋਗਰਾਫੀ 'ਚੋਂ ਇੰਡੀਆ ਦੀ ਜੋਗਰਾਫੀ, ਤੇ ਹਿਸਟਰੀ 'ਚੋਂ ਮਾਡਰਨ, ਤੇ ਇੱਕ ਲਾਸਟ 'ਚ ਹੁੰਦੀ ਆ ਮਿਸਲੀਨੀਅਸ GK, ਉਹ ਜ਼ਰੂਰ ਪੜ੍ਹਿਓ। ਸਾਡੇ ਕੋਲ ਵੀ ਜਿਵੇਂ ਦੀ ਤਰੁਣ ਗੋਇਲ ਦੀ ਕਿਤਾਬ ਆ, ਉਹਦਾ ਬਿਲਕੁਲ ਪੰਜਾਬੀ ਤਰਜਮਾ ਅਸੀਂ ਵੀ ਟਰਾਂਸਲੇਟ ਕਰਿਆ ਹੈ, ਤੇ ਬਿਲਕੁਲ ਆਥੈਂਟਿਕ ਪੰਜਾਬੀ ਨਾਲ। ਜੇ ਤੁਸੀਂ ਪੰਜਾਬੀ ਮਾਧਿਅਮ ਕਰਕੇ ਰੁਕੇ ਹੋਏ ਹੋ ਤਾਂ ਅਕਸਰ ਸਾਡੇ ਜਿਹੜਾ ਇੱਕ ਨੰਬਰ ਹੈਗਾ ਹੈ 9855 43829, ਉਹਦੇ ਤੇ ਆਰਡਰ ਕਰਕੇ ਤੁਸੀਂ ਆਪਣੀ ਕਿਤਾਬ ਮੰਗਵਾ ਸਕਦੇ ਹੋ, ਠੀਕ ਆ। WhatsApp ਕਰਕੇ ਉਹਨਾਂ ਨੂੰ ਕਿ ਅਸੀਂ ਆਹ ਕਿਤਾਬ ਚਾਹੀਦੀ ਆ, ਤੇ ਉਹ ਕਿਤਾਬ ਭੇਜ ਦਿੰਦੇ ਆ। ਸ਼ੁਰੂ 'ਚ ਰਸ਼ ਹੋਣ ਕਰਕੇ ਕਿਤਾਬਾਂ ਭੇਜਣ 'ਚ ਤੇ ਕਿਤਾਬਾਂ 'ਚ ਡਿਮਾਂਡ ਜ਼ਿਆਦਾ ਹੋਣ ਕਰਕੇ ਕਿਤਾਬਾਂ ਦੀ ਅਵੇਲੇਬਿਲਿਟੀ ਨਹੀਂ ਸੀ ਹੋ ਪਾ ਰਹੀ, ਤੇ ਸ਼ੁਰੂ 'ਚ ਕੁਝ ਦਿੱਕਤਾਂ ਉਹਨਾਂ ਨੂੰ ਆਈਆਂ ਸੀ, ਠੀਕ ਆ। ਪਰ ਤੁਸੀਂ ਉਹਨਾਂ ਤੋਂ ਹੁਣ ਇਹ ਕਿਤਾਬ ਯਕੀਨੀ ਤੌਰ ਤੇ ਮੰਗਵਾ ਸਕਦੇ ਹੋ। ਪਰ ਜੇ ਤੁਹਾਡੇ ਕੋਲ ਇੰਗਲਿਸ਼ ਮਾਧਿਅਮ ਆ ਤਾਂ ਤੁਸੀਂ ਫਿਰ ਕਿਤਾਬਾਂ ਵਾਸਤੇ ਵੇਟ ਨਾ ਕਰੋ, ਆਪਣੀ ਬਾਜ਼ਾਰ ਜਾਓ, ਆਪਣੀ ਕਿਤਾਬ ਖਰੀਦ ਲਓ। ਇਹ ਜਿਹੜੀ ਤਰੁਣ ਗੋਇਲ ਦੀ GK ਦੀ ਕਿਤਾਬ ਦੱਸੀ ਹੈ ਨਾ ਮੈਂ, ਇਹਦੇ 'ਚ ਤੁਸੀਂ ਕੀ ਪੜ੍ਹਨਾ ਹੈ? ਇਹਦੇ 'ਚੋਂ ਪੜ੍ਹਨੀ ਹੈ ਜੋਗਰਾਫੀ 'ਚੋਂ ਇੰਡੀਆ ਦੀ ਜੋਗਰਾਫੀ, ਹਿਸਟਰੀ 'ਚੋਂ ਸਿਰਫ ਮਾਡਰਨ ਤੇ ਪੋਲਿਟੀ, ਤੇ ਇੱਕ ਲਾਸਟ ਵਾਲੀ ਮਿਸਲੀਨੀਅਸ GK ਬਸ। ਇਕੋਨਮੀ, ਸਾਇੰਸ, ਐਂਸ਼ੀਐਂਟ, ਮੀਡੀਵਲ, ਵਰਲਡ ਹਿਸਟਰੀ, ਵਰਲਡ ਜੋਗਰਾਫੀ, ਇਹਨਾਂ ਸਾਰੀਆਂ ਨੂੰ ਖਾਰਜ ਕਰ ਦਿਓ।
ਤੇ ਸਪੈਸ਼ਲੀ ਜੇ ਕੋਈ ਮੈਨੂੰ ਪੁੱਛੇ ਜੀਕੇ ਦੇ ਵੈਰੀ ਵੈਰੀ ਇੰਪੋਰਟੈਂਟ ਸਬਜੈਕਟ ਹੀ ਦੱਸ ਦਿਓ ਤੇ ਮੈਂ ਕਹੂੰਗਾ ਪੋਲਿਟੀ, ਪੰਜਾਬ, ਕਰੰਟ। ਐਂਡ ਸਭ ਤੋਂ ਟੌਪ ਤੇ ਆਹੀ ਤਿੰਨ ਆ, ਇਹ ਤਿੰਨ ਤਾਂ ਛੱਡਣੇ ਹੀ ਨਹੀਂ। ਇਹਦੇ ਨਾਲ ਕੀ ਹੋਊਗਾ, ਤੁਹਾਡੀ ਜੀਕੇ ਦੇ 50 ਨੰਬਰ ਚੋਂ ਵੀ 25, 30, 35 ਨੰਬਰ ਦਾ ਪ੍ਰਬੰਧ ਇੱਥੇ ਹੀ ਹੋ ਜਾਂਦਾ ਹੈ। ਠੀਕ ਆ, ਹੁਣ ਇਹ ਸਟ੍ਰੈਟੇਜੀ ਜਿਹੜੀ ਆ, ਜੇ ਤੁਸੀਂ ਇਸ ਸਟ੍ਰੈਟੇਜੀ ਦੇ ਨਾਲ ਪੰਜਾਬੀ ਤੇ ਇੰਗਲਿਸ਼ ਦੀ ਵਿਆਕਰਨ ਵੀ ਜੋੜ ਦਿਓ ਤਾਂ ਫਿਰ ਉਹ ਬਣ ਜਾਂਦੀ ਆ PSSB ਦੀ ਸਟ੍ਰੈਟੇਜੀ, ਐਕਸਾਈਜ਼, ਕਲਰਕ ਤੇ ਵੀਡੀਓ ਦੀ। ਹੁਣ ਇੰਗਲਿਸ਼ ਦੇ YouTube ਤੇ ਬਹੁਤ ਸਾਰੇ ਟੀਚਰਾਂ ਦੇ ਬਹੁਤ ਸਾਰੇ ਲੈਕਚਰ ਨੇ, ਕੀ ਕਰੀਏ? ਮੈਂ ਕਹਿੰਦਾ ਇੰਗਲਿਸ਼ 'ਚੋਂ ਨਰੇਸ਼ਨ, ਵੌਇਸ ਤੇ ਪ੍ਰੈਪੋਜੀਸ਼ਨਾਂ ਕਰ ਲਿਓ। ਕਿਉਂਕਿ ਨਾਈਲੈਟ ਜਿਹੜੀ ਕਿ ਅੱਜ ਕੱਲ੍ਹ ਪੇਪਰ ਪਾ ਰਹੀ ਆ, ਉਹਨਾਂ ਤਿੰਨਾਂ ਵਿਸ਼ਿਆਂ ਤੇ ਬਹੁਤ ਧਿਆਨ ਦਿੰਦੀ ਆ। ਐਂਟੋਨੀਅਮ ਸਿਨੋਨੀਅਮ ਤਾਂ ਤੁਸੀਂ ਖਰਾਬ ਹੀ ਕਰਨੇ ਆ, ਛੱਡ ਹੀ ਦਿਓ ਭਾਵੇਂ, ਪਰ ਆ ਤਿੰਨ ਚੀਜ਼ਾਂ ਤੇ ਤਾਂ ਪੂਰਾ ਵੌਇਸ, ਨਰੇਸ਼ਨ ਤੇ ਪ੍ਰੈਪੋਜੀਸ਼ਨਾਂ। ਪੰਜਾਬੀ ਦੀ ਵਿਆਕਰਨ ਤੁਹਾਡੇ ਕੋਲ YouTube ਤੇ ਵੈਸੇ ਵੀ, ਜਿਵੇਂ ਮੈਂ ਪੋਜ਼ਿਟਿਵ ਵਾਈਬਸ ਵਾਲੇ ਸਰ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਪੰਜਾਬੀ ਵਿਆਕਰਨ ਵੀ ਪੜ੍ਹਾਈ ਆ। ਪਰ ਹਾਂ, ਉੱਥੇ YouTube ਤੇ ਤੁਸੀਂ ਸਰਚ ਕਰੋਗੇ ਪੰਜਾਬੀ ਗ੍ਰਾਮਰ ਪਲੇਲਿਸਟ ਜਗਜੀਤ ਸਰ, ਤਾਂ ਉੱਥੇ ਇੱਕ ਹੋਰ ਟੀਚਰ ਆਉਣਗੇ, ਉਹਨਾਂ ਦੀ ਵੀ ਪੂਰੀ ਪਲੇਲਿਸਟ ਬਣੀ ਹੋਈ ਹੈ ਵਿਆਕਰਨ ਦੀ, ਪੰਜਾਬੀ ਵਿਆਕਰਨ ਦੀ। ਉੱਥੋਂ ਤੁਸੀਂ ਪੰਜਾਬੀ ਵਿਆਕਰਨ ਵੀ ਸਾਰੀ ਕਰ ਸਕਦੇ ਹੋ, ਪੰਜਾਬੀ ਦੀ ਵਿਆਕਰਨ, ਇੰਗਲਿਸ਼ ਦੇ ਕੁਝ ਸਿਲੈਕਟਡ ਟੌਪਿਕ। ਸੋ ਉਹਦੇ ਨਾਲ ਤੁਹਾਡੀ ਆ ਸਾਰੀ ਦੀ ਸਾਰੀ ਸਟ੍ਰੈਟੇਜੀ ਜਿਹੜੀ ਹੈ ਜੀ, ਉਹ ਬਣ ਕੇ ਤਿਆਰ ਹੋ ਗਈ। ਇਹ ਸਟ੍ਰੈਟੇਜੀ 'ਚ ਕਿੰਨਾ ਕੁਛ ਆਪਾਂ ਖਾਰਜ ਕਰਤਾ ਕਿ ਆਹ ਚੀਜ਼ ਤਾਂ ਕਰਿਓ ਨਾ, ਤੇ ਜੇ ਇਹਦੇ 'ਚੋਂ ਟਾਈਮ ਨਾ ਲੱਗਿਆ ਤੇ ਆ ਵੀ ਛੱਡ ਦਿਓ, ਤੇ ਸਿਰਫ ਜੀਕੇ ਦੇ ਆ ਤਿੰਨ ਵਿਸ਼ੇ ਕਰਿਓ। ਮੈਥ ਪੜ੍ਹਨ ਤੋਂ ਬਾਅਦ ਤੁਸੀਂ ਕਿੱਥੋਂ ਰਿਵਾਈਜ਼ ਕਰਨਾ, ਮੈਂ ਉਹ ਵੀ ਹਿੰਟ ਦੇਤਾ ਤੁਹਾਨੂੰ। ਮੈਂ ਕੰਪਿਊਟਰ ਵੀ ਦੱਸਤਾ, ਇੱਥੋਂ ਪੜ੍ਹ ਕੇ। ਕੰਪਿਊਟਰ ਦੀ ਇੱਕ ਖਾਸੀਅਤ ਆ ਕਿ ਜੇ ਤੁਸੀਂ SI ਦੇ ਤੇ SS ਬੋਰਡ ਦੀ ਪੁਰਾਣੀ ਪੇਪਰ ਦੀ ਕਿਤਾਬ 'ਚੋਂ ਕਰ ਲਿਆ ਨਾ, ਤਾਂ ਸਮਝ ਲਓ ਕਹਾਣੀ ਕਲੀਅਰ ਆ। ਹੁਣ ਸਭ ਤੋਂ ਵੱਡਾ ਰੌਲਾ ਇਹ ਆ ਕਿ ਜਿਨ੍ਹਾਂ ਕੋਲ ਸਾਡੇ ਕੋਰਸ ਆ, ਉਹ ਜਿਹੜੀ ਚੀਜ਼ ਮੈਂ ਕਰਨ ਵਾਸਤੇ ਕਹੀ ਆ, ਉਹ ਸਾਡੇ ਕੋਰਸ 'ਚੋਂ ਕਰਨਗੇ, ਤੇ ਜਿਨ੍ਹਾਂ ਕੋਲ ਕਿਸੇ ਹੋਰ ਦਾ ਕੋਰਸ ਉਹਦੇ 'ਚੋਂ ਕਰਨਗੇ। ਪ੍ਰੈਕਟਿਸ ਸਾਰੇ ਐਵੇਂ ਹੀ ਕਰਿਓ ਤਾਂ ਤੁਹਾਡੇ ਵਾਸਤੇ ਕਿਤੇ ਇਹ ਚੀਜ਼ ਫਾਇਦੇਮੰਦ ਪੱਕੀ ਹੋਊਗੀ। ਹਾਂਜੀ, ਹੁਣ ਇਹ ਤਾਂ ਹੋ ਗਈ ਸਾਡੀ ਸਟ੍ਰੈਟੇਜੀ, ਜਿਹਦੇ ਨਾਲ ਜੇ ਤੁਸੀਂ ਕੋਰਸ ਨਹੀਂ ਵੀ ਲਿਆ ਨਾ, ਤੇ ਇਸ ਪੇਪਰ ਤੱਕ ਦੀ ਤਿਆਰੀ ਸਾਡੇ ਤੇ ਯਕੀਨ ਕਰਕੇ ਕਰ ਸਕਦੇ ਹੋ। ਇਸ ਨੰਬਰ ਤੇ ਸਾਨੂੰ WhatsApp ਕਰੋ। ਕਦੀ ਕਿਸੇ ਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਨਾ ਕਿ ਤਾਂ ਅਸੀਂ ਇੱਥੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਨੂੰ ਕੋਰਸ ਵਾਸਤੇ ਤਾਂ ਕਨਵਿੰਸ ਕਰਿਓ ਹੀ ਨਾ, ਠੀਕ ਆ। ਕਿਉਂਕਿ ਓਬਵੀਅਸ ਜੀ ਗੱਲ ਆ, ਜਦੋਂ ਤੁਸੀਂ ਇੰਸਟੀਟਿਊਟਾਂ ਨੂੰ ਕਹਿੰਦੇ ਹੋ ਜੀ ਕਿ ਸਾਨੂੰ ਕੋਈ ਕੋਰਸ ਦੇ ਦਿਓ ਜਿਹਦੇ ਨਾਲ ਸਾਡਾ SI ਕਲੀਅਰ ਹੋ ਜੇ, ਫਿਰ ਵੇਚਣ ਵਾਲਿਆਂ ਦਾ ਤਾਂ ਵਿੱਚ ਨਹੀਂ ਆ। ਤੁਸੀਂ ਹੀ ਜਦੋਂ ਅਗਲੇ ਦੀ ਗੱਲ ਸੁਣਨ ਤੇ ਨਹੀਂ ਆਉਂਦੇ। ਪਰ ਮੈਂ ਇੱਕ ਸਲਾਹ ਦਿੰਦਾ ਕਿ ਆਪਣੀ ਤਿਆਰੀ ਤੇ ਫੋਕਸ ਕਰੋ। SS ਬੋਰਡ ਦੇ ਪੇਪਰ ਬਿਲਕੁਲ ਵੀ ਔਖੇ ਨਹੀਂ ਆਉਂਦੇ। ਪੰਗਾ ਕਿੱਥੇ ਪੈਂਦਾ ਹੈ? ਪੰਗਾ ਪੈਂਦਾ ਹੈ ਅਸੀਂ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਤਿਆਰੀ ਸਟ੍ਰੈਟੇਜੀ ਨਾਲ ਕਰਕੇ ਹੀ ਨਹੀਂ ਜਾਂਦੇ। ਹਾਂ, ਅਸੀਂ ਤੁਹਾਡੇ ਵਾਸਤੇ ਸਿਰਫ ਸਾਡੇ ਕੋਲ ਕੋਈ ਗੱਲਾਂ ਹੀ ਸੀ, ਐਵੇਂ ਦਾ ਕੁਝ ਨਹੀਂਗਾ। ਮਾਸਟਰ ਕਲਾਸਿਸ ਪਟਿਆਲਾ ਦਾ ਜਿਹੜਾ ਚੈਨਲ ਹੈ ਨਾ, ਠੀਕ ਆ, ਜਿਸ 'ਚ 5.4K ਸਬਸਕ੍ਰਾਈਬਰਸ ਨੇ ਮਾਸਟਰ ਕਲਾਸਿਸ ਪਟਿਆਲਾ, ਉਹਦੇ ਤੇ ਤੁਹਾਨੂੰ ਪੰਜਾਬ ਦੇ MCQs ਦੀ ਫਾਈਲ ਮਿਲੂਗੀ ਪੂਰੀ। ਇਹ ਪੰਜਾਬ ਦੇ MCQs ਦੀ ਫਾਈਲ ਤਕਰੀਬਨ ਮੰਨ ਕੇ ਚੱਲੋ ਕਿ 200 ਪੇਜਾਂ ਦੇ ਅਰਾਊਂਡ ਦੀ ਫਾਈਲ ਆ, ਜਿਹਦੇ 'ਚ ਤੁਸੀਂ ਆਹ ਸਾਡੇ ਕੋਲ ਸਾਡੇ ਕੋਲ ਪੋਲਿਟੀ ਦੇ ਕਾਫੀ ਵੱਡੀ ਫਾਈਲਾਂ ਹੋਣ ਕਰਕੇ ਨਾ ਓਪਨ ਕਰਨ 'ਚ ਇਹਨਾਂ ਨੂੰ ਦਿੱਕਤ ਆ ਰਹੀ ਹੈ ਫਾਈਲਾਂ ਨੂੰ, ਠੀਕ ਆ। ਇਹ ਪੋਲਿਟੀ ਦੇ MCQs ਆ, ਇਹ ਸਾਡੇ ਵੈਸੇ ਹੀ ਦੱਸ ਦਿੰਦਾ, ਪੋਲਿਟੀ ਦੇ MCQs ਦੀ ਫਾਈਲ ਆ, ਠੀਕ ਆ। ਹਾਂ, ਇਹ ਪੰਜਾਬ ਦੇ MCQs, ਇਹ ਪੋਲਿਟੀ ਦੇ MCQs, ਮੈਥ ਦੀ ਬੁੱਕ ਪੰਜਾਬੀ ਮੀਡੀਅਮ 'ਚ, ਮੈਥ ਦੀ ਬੁੱਕ ਇੰਗਲਿਸ਼ ਮੀਡੀਅਮ 'ਚ। ਹੁਣੇ ਅਸੀਂ ਇੱਕ ਹੋਰ ਚੀਜ਼ ਅਪਡੇਟ ਕੀਤੀ ਹੈ। ਅਸੀਂ ਕੀ ਕੀਤਾ, ਜਿੰਨੇ ਕੁ ਪੰਜਾਬੀ ਦੇ ਵਿੱਚ ਕੰਪਿਊਟਰ ਦੇ ਲੈਕਚਰ ਅਸੀਂ ਤਿਆਰ ਕੀਤੇ ਸੀ ਉਹ, ਪਲੱਸ ਜੇ ਕੋਈ ਚੀਜ਼ ਪੰਜਾਬ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ 'ਚ ਪਈ ਆ, ਕੁਛ 8ਵੀਂ 'ਚ ਪਿਆ ਹੈ, ਕੁਛ 9ਵੀਂ 'ਚ ਪਿਆ ਹੈ, ਕੁਛ 12ਵੀਂ 'ਚ ਪਿਆ ਹੈ, ਕਿਉਂਕਿ DVMS ਤੋਂ ਲੈ ਕੇ ਪੰਜਾਬ ਪੁਲਿਸ 'ਚ ਬਹੁਤ ਸਵਾਲ ਪੁੱਛੇ ਗਏ ਸੀ ਤੇ ਬੱਚਿਆਂ ਨੂੰ ਲੱਭ ਹੀ ਨਹੀਂ ਰਿਹਾ ਕਿ ਕੰਪਿਊਟਰ ਕਿੱਥੋਂ ਪੜ੍ਹੀਏ। ਤਾਂ ਅਸੀਂ ਸਾਰੇ ਦਾ ਸਾਰਾ ਕੰਪਿਊਟਰ ਕੰਟੈਂਟ ਤਿਆਰ ਕਰਕੇ ਅਸੀਂ ਇਹ ਸਾਰੀ ਦੀਆਂ ਸਾਰੀਆਂ ਫਾਈਲਾਂ ਇਹਦੇ 'ਚ ਪਾਤੀਆਂ। ਇਹਦੇ 'ਚ ਅਗਲੀ ਚੀਜ਼ ਅਸੀਂ ਪਾ ਰਹੇ ਹਾਂ ਸਾਰੇ ਸੈਕਸ਼ਨ ਵਾਈਜ਼ ਸਟੈਪ ਲਾਈਨ, ਮਤਲਬ ਕਿ ਟੌਪਿਕ ਵਾਈਜ਼ ਕਰੰਟ ਅਫੇਅਰ, ਅਪਾਇੰਟਮੈਂਟਸ ਅੱਡ, ਦੂਜਾ ਅੱਡ, ਤੇ ਉਹ ਅਸੀਂ ਬਾਈਲਿੰਗੁਅਲ ਪਾਵਾਂਗੇ। ਕਿਉਂਕਿ ਅਸੀਂ ਮੈਥ ਦੀ ਪੰਜਾਬੀ ਮੀਡੀਅਮ 'ਚ ਕਿਤਾਬ ਪਾਤੀ, ਨਾਲ ਦੀ ਨਾਲ ਪ੍ਰੋਬਲਮ ਆ ਗਈ ਸਰ ਇੰਗਲਿਸ਼ ਮੀਡੀਅਮ, ਸਾਨੂੰ ਉਹ ਪਾਉਣੀ ਪਈ। ਪੋਲਿਟੀ ਸਾਡੀ ਬਾਈਲਿੰਗੁਅਲ ਆ, ਪੰਜਾਬ ਸਾਡਾ ਬਾਈਲਿੰਗੁਅਲ ਆ, ਕੰਪਿਊਟਰ ਪੰਜਾਬੀ ਮੀਡੀਅਮ 'ਚ, ਠੀਕ ਆ। ਅਗਲੀ ਗੱਲ, ਅਸੀਂ ਇਸ ਤੋਂ ਬਾਅਦ ਮਾਡਰਨ ਹਿਸਟਰੀ ਦੇ MCQs ਦੀ ਸਾਨੂੰ ਬਹੁਤ ਡਿਮਾਂਡ ਆ ਰਹੀ ਆ, ਉਹ ਵੀ ਅਸੀਂ ਇਹਦੇ 'ਚ ਪਾਵਾਂਗੇ, ਠੀਕ ਆ। ਸੋ ਸਾਡੀ ਅਸੀਂ ਸਿਰਫ ਆਪਣੇ ਵੱਲੋਂ ਜੋ ਕਰ ਸਕਦੇ ਸੀਗੇ ਉਹ ਅਸੀਂ ਆਪਣੇ ਵੱਲੋਂ ਟਰਾਈ ਕੀਤਾ ਕਿ ਅਸੀਂ ਤੁਹਾਨੂੰ ਆਹ ਚੀਜ਼ਾਂ ਪ੍ਰੋਵਾਈਡ ਕਰਾ ਸਕੀਏ।
ਸੋ ਇਹ ਸਾਡੇ ਵੱਲੋਂ ਇੱਕ ਸਰੋਤ ਹੈਗਾ ਹੈ, ਠੀਕ ਆ। ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੋਵੇ, ਦੇਖੋ ਅਸੀਂ ਤੁਹਾਨੂੰ ਕਿਹੜੀ ਚੀਜ਼ ਪ੍ਰੋਵਾਈਡ ਕਰਾ ਸਕਦੇ ਹਾਂ, ਇਹ MCQs ਵਗੈਰਾ ਇਹ ਅਸੀਂ ਪ੍ਰੋਵਾਈਡ ਕਰਾ ਸਕਦੇ ਹਾਂ। ਇਸ ਤੋਂ ਬਿਨਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਤੇ ਤੁਹਾਨੂੰ ਕੀ ਮਿਲ ਸਕਦਾ ਹੈ ਜੋ ਤੁਹਾਡਾ ਇਹਦਾ ਵਾਸਤੇ ਸਹਾਇਕ ਹੋ ਸਕਦਾ ਹੈ, ਉਹ ਆ ਸਾਡੀਆਂ ਟੈਸਟ ਸੀਰੀਜ਼ ਬਸ, ਠੀਕ ਆ, ਜਿਹੜੀਆਂ ਕਿ ਤੁਸੀਂ ਵੱਖਰੇ ਵੱਖਰੇ ਇੰਸਟੀਟਿਊਟਸ ਤੋਂ ਵੀ ਖਰੀਦਦੇ ਹੋ। ਤੇ ਸਾਡੇ ਜਿਹੜੇ ਟੈਸਟ ਸੀਰੀਜ਼ ਦੇ ਵਿੱਚ ਕਿਉਂਕਿ ਓਬਵੀਅਸ ਜੀ ਗੱਲ ਆ, ਅਸੀਂ ਪੁਰਾਣੇ ਪੇਪਰਾਂ ਦੀ ਕਿਤਾਬ ਬਣਾਈ ਹੋਈ ਹੈ ਬਾਈਲਿੰਗੁਅਲ ਸਬ ਇੰਸਪੈਕਟਰ ਦੀ, ਹੈੱਡ ਕਾਂਸਟੇਬਲ ਦੀ, ਅਸੀਂ ਬਹੁਤ ਸਾਰੇ ਕੁਐਸਚਨਸ ਉਵੇਂ ਦੇ ਹੀ ਚੱਕੇ ਆ ਜਿਹੜੇ ਪਿਛਲੀ ਵਾਰ ਪੇਪਰ 'ਚ ਆਏ ਸੀਗੇ, ਅਸੀਂ ਉਹਨਾਂ ਦੇ ਨਾਲ ਮਿਲਦੇ ਜੁਲਦੇ ਤੇ ਕੁਝ ਕੁ ਅਸੀਂ ਟੈਸਟ ਬਣਾਏ ਆ SS ਬੋਰਡ ਦੇ ਵਿੱਚੋਂ, ਕਿਉਂਕਿ ਇਹ ਵੀ ਇੱਕ ਡਰ ਹੈਗਾ ਹੈ ਕਿ ਪੇਪਰ ਦਾ ਕੰਟਰੈਕਟ ਕਿਤੇ ਨਾਈਲੇਟ ਨੂੰ ਨਾ ਮਿਲ ਜੇ ਬਣਾਉਣ ਦਾ, ਤਾਂ ਅਸੀਂ ਉਹ ਮਿਕਸ ਕਰਕੇ ਆਪਣੀ ਟੈਸਟ ਸੀਰੀਜ਼ ਜਿਹੜੀਆਂ ਨੇ ਉਹ ਤਿਆਰ ਕੀਤੀ ਆ। ਤੇ ਸਬ ਇੰਸਪੈਕਟਰ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਬਹੁਤ ਸਾਰੇ ਸੈਕਸ਼ਨਲ ਟੈਸਟ ਨੇ, ਉਹ ਵੀ ਸਬਜੈਕਟ ਵਾਈਜ਼, ਉਸ ਤੋਂ ਬਾਅਦ ਸ਼ੁਰੂ ਹੋ ਜਾਂਦੇ ਆ ਫੁੱਲ ਟੈਸਟ। ਸੋ ਉਹ ਇੱਕ ਵੱਖਰੀ ਗੱਲ ਆ। ਉਸ ਤੋਂ ਬਿਨਾ ਮੇਰੀ ਅੱਜ ਦਾ ਏਜੰਡਾ ਸਿਰਫ ਇੰਨਾ ਸੀ ਕਿ ਕੀ ਤੁਹਾਨੂੰ ਸਾਡੀ ਇਹ ਸਟ੍ਰੈਟਜੀ ਜਿਹੜੀ ਆ ਸਮਝ ਆਈ ਆ। ਸਾਨੂੰ ਇਹ ਸੀ ਕਿ ਤੁਸੀਂ ਆਪੋ ਆਪਣੇ ਪਲੇਟਫਾਰਮਸ ਤੋਂ ਜਾਂ ਆਪੋ ਆਪਣੇ ਪੱਧਰ ਤੇ ਜਿਹੜੀ ਤਿਆਰੀ ਕਰ ਰਹੇ ਹੋ, ਅੱਜ ਉਸ ਤਿਆਰੀ ਨੂੰ ਮਕਾਮ ਤੇ ਲੈ ਕੇ ਜਾਣ ਦਾ ਮੌਕਾ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ ਬਸ ਉਹੀ ਪੜ੍ਹੀ ਚੱਲੋ ਜਾਂ ਉਲਝੀ ਚੱਲੋ, ਠੀਕ ਆ। ਅਸੀਂ ਆਪਣੇ ਪਲੇਟਫਾਰਮ ਦੇ ਥਰੂ ਕੋਸ਼ਿਸ਼ ਸਾਡੀ ਇਹੀ ਆ ਕਿ ਬਾਈ ਚਾਂਸ ਕੋਈ ਬੱਚਾ ਸਾਡੇ ਇੰਸਟੀਟਿਊਟ 'ਚ ਇਨਰੋਲਡ ਨਹੀਂ ਗਾ ਜਾਂ ਕਿਸੇ ਨੇ ਕੋਰਸ ਬਾਏ ਨਹੀਂ ਕਰਿਆ, ਉਹ ਵੀ ਸਾਡੀ ਐਪ ਤੇ ਮੈਸੇਜ ਡ੍ਰੌਪ ਕਰ ਦੇ ਕਿ ਸਾਨੂੰ ਸਟ੍ਰੈਟੇਜੀ ਚਾਹੀਦੀ ਹੈ ਜਾਂ ਸਾਨੂੰ ਕੋਈ ਸਲਾਹ ਚਾਹੀਦੀ ਹੈ। ਦੇਖੋ ਬਹੁਤ ਜ਼ਿਆਦਾ ਸਮਾਂ ਕਲਾਸ 'ਚ ਬਿਜ਼ੀ ਹੋਣ ਕਰਕੇ ਸ਼ਾਇਦ ਮੈਂ ਡਾਇਰੈਕਟ ਕਿਸੇ ਦਾ ਜਵਾਬ ਨਾ ਦੇ ਸਕਾਂ, ਪਰ ਮੈਂ ਆਪਣੇ ਨਾਲ ਦੀ ਟੀਮ ਨੂੰ ਜ਼ਰੂਰ ਕਿਹਾ ਹੋਇਆ ਹੈ, ਜਿਹੜੇ ਇੱਕ ਦੋ ਜਾਣੇ ਮੇਰੇ ਨਾਲ ਹੈਗੇ ਆ, ਕਿ ਤੁਸੀਂ ਇਸ ਤਰੀਕੇ ਨਾਲ ਅਗਲੇ ਬੱਚੇ ਨੂੰ ਗਾਈਡ ਕਰੋ, ਉਹਨੂੰ ਦੱਸੋ ਕਿ ਜੇ ਆਹ ਪੇਪਰ ਦੀ ਤਿਆਰੀ ਕਰ ਰਿਹਾ ਤੇ ਆਹ ਚੀਜ਼ ਐਵੇਂ ਕਰ। ਬਾਕੀ ਜੇ ਉਹਨਾਂ ਦੇ ਹੱਥ 'ਚੋਂ ਉਹ ਚੀਜ਼, ਉਹਨਾਂ ਦੀ ਕਨਫਿਊਜ਼ਨ ਬੱਚੇ ਦੀ ਜਾਂ ਐਸਪੀਰੈਂਟ ਦੀ ਉਲਝਣ ਉਹਨਾਂ ਦੇ ਵੱਸ ਦੀ ਨਹੀਂ ਹੁੰਦੀ, ਤਾਂ ਫਿਰ ਉਹ ਮੇਰੇ ਨਾਲ ਡਿਸਕਸ ਕਰ ਲੈਂਦੇ ਆ। ਸਾਡੀ ਕੋਸ਼ਿਸ਼ ਇਹ ਆ ਕਿ ਜੇ ਤੁਸੀਂ ਹੁਣ ਲੱਗੇ ਹੋਏ ਹੋ, ਇਹ ਇੱਕ ਜੈਨੂਅਨ ਕੋਸ਼ਿਸ਼ ਆ ਆਪਣਾ ਬਾਈਲਿੰਗੁਅਲ ਕੰਟੈਂਟ ਤੁਹਾਡੇ ਨਾਲ ਸ਼ੇਅਰ ਕਰਨਾ। ਇਹ ਆਪਣੇ ਆਪ 'ਚ ਕੋਈ ਚਲਾਕੀ ਨਹੀਂ, ਕੋਈ ਮਜ਼ਾਕ ਨਹੀਂ, ਸਿਰਫ ਇੱਕ ਸੀਰੀਅਸ ਕੋਸ਼ਿਸ਼ ਹੈ ਸਾਡੇ ਵੱਲੋਂ ਕਿ ਹਾਂ ਤੁਹਾਡੇ ਤੱਕ ਇਹ ਵੀ ਨਹੀਂ ਕਿ ਇਹ ਕਹਿਤਾ ਕਿ 2 ਪੇਜ ਚੈਪਟਰਾਂ ਦੇ MCQs ਲਾਓ ਬਾਕੀ ਪੇਡ ਆ, ਕੁਛ ਨਹੀਂ। ਪੂਰੇ ਦੇ ਪੂਰੇ ਪੋਲਿਟੀ ਦੇ MCQs, ਪੂਰੇ ਦੇ ਪੂਰੇ ਪੰਜਾਬ ਤੇ ਉਹਨਾਂ ਸਬਜੈਕਟਾਂ ਦੇ MCQs ਤੁਹਾਡੇ ਵਾਸਤੇ ਪਹਿਲ ਦੇ ਆਧਾਰ ਤੇ ਲੈ ਕੇ ਆਏ ਆ ਜਿਹੜੀਆਂ ਚੀਜ਼ਾਂ ਇਹਨਾਂ ਪੇਪਰਾਂ 'ਚ ਵੱਧ ਆਉਂਦੀਆਂ, ਠੀਕ ਆ। ਅਸੀਂ ਆਪਣਾ ਕੰਟੈਂਟ ਜਿਹੜਾ ਹੈ ਉਹ ਤੁਹਾਡੇ ਵਾਸਤੇ ਜਿੱਥੋਂ ਤੱਕ ਅਸੀਂ ਜਿਵੇਂ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ। ਹਾਂ ਦੇਖੋ ਇੱਕ ਚੀਜ਼ ਬੜੀ ਕਲੀਅਰ ਆ, ਤੁਸੀਂ ਵੱਡੇ ਹੋ ਕੇ ਜਦੋਂ ਤੁਸੀਂ ਨੌਕਰੀ ਤੇ ਜਾਓਗੇ ਤਾਂ ਤੁਸੀਂ ਮਿਹਨਤ ਕਰੋਗੇ ਤਾਂ ਤੁਸੀਂ ਆਪਣਾ ਮਿਹਨਤਾਂ ਨਾਲ ਲਾਓਗੇ। ਜਿਹੜੀ ਚੀਜ਼ ਦੀ ਸਾਨੂੰ ਲੱਗਦਾ ਹੈ ਕਿ ਆ ਸਾਡੀ ਮਿਹਨਤ ਆ, ਉੱਥੇ ਅਸੀਂ ਆਪਣੀ ਮਿਹਨਤ ਵਾਸਤੇ ਮੰਗਦੇ ਆ। ਜਿਹੜੀ ਚੀਜ਼ ਸਾਨੂੰ ਲੱਗਦਾ ਕਿ ਹਾਂ ਇਹ ਚੀਜ਼ ਤਿਆਰ ਹੋ ਗਈ ਆ, ਇਹ ਬੱਚਿਆਂ ਨੂੰ ਦਿੱਤੀ ਜਾ ਸਕਦੀ ਆ, ਕੁਐਸਚਨਸ ਨੇ ਵੱਧ ਤੋਂ ਵੱਧ ਬੱਚਿਆਂ ਤੱਕ ਦਿਓ। ਜਿਹੜਾ ਬੱਚਾ ਮਿਹਨਤ ਕਰਨਾ ਚਾਹੁੰਦਾ ਹੈ ਉਹਨੂੰ ਸੋਰਸ ਦੱਸ ਦਿਓ ਕਿ ਇੱਥੋਂ ਪੜ੍ਹ ਤੇ ਵੀ ਆਹ ਛੱਡ ਦੇ ਵਿੱਚੋਂ, ਕਿਉਂਕਿ ਇਹ ਤੇਰੇ ਪੇਪਰ ਦੇ ਹਿਸਾਬ ਨਾਲ ਓਨਾ ਜ਼ਰੂਰੀ ਨਹੀਂ ਹੈਗਾ ਕਿ ਇਹਨੂੰ ਪਹਿਲ ਤੇ ਕੀਤਾ ਜਾਵੇ। ਸੋ ਇੱਕ ਚੰਗੀ ਸਟ੍ਰੈਟਜੀ ਕਿਤਾਬਾਂ ਦੱਸਣਾ ਨਹੀਂ ਹੈਗਾ ਕਿ ਆਹ ਕਿਤਾਬ ਕਰ ਲਓ, ਆਹ ਕਿਤਾਬ ਕਰ ਲਓ। ਇੱਕ ਚੰਗੀ ਸਟ੍ਰੈਟਜੀ ਇਹ ਹੁੰਦੀ ਆ ਕਿ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਹੜੀ ਚੀਜ਼ ਪਹਿਲਾਂ ਕਰਨੀ ਆ ਤੇ ਕਿਹੜੀ ਚੀਜ਼ ਨੂੰ ਹਜੇ ਕਰਕੇ ਕੋਈ ਫਾਇਦਾ ਨਹੀਂ। ਜਦੋਂ ਤੁਸੀਂ ਇਹ ਸਾਰਾ ਕੁਝ ਕਰ ਲਿਆ ਜਿੰਨਾ ਕਿ ਮੈਂ ਦੱਸਿਆ ਹੈ, ਇਸ ਤੋਂ ਬਾਅਦ ਭਾਵੇਂ ਤੁਸੀਂ ਰਕੇਸ਼ ਯਾਦਵ ਦੀ, ਭਾਵੇਂ SSC ਦੀ ਕੋਈ ਕਿਤਾਬ ਚੱਕ ਕੇ GK ਦੀ ਕੰਪਲੀਟ ਕਰ ਦਿਓ, ਭਾਵੇਂ ਮੈਥ ਦੀ, ਉਹ ਉਦੋਂ ਕਰਨ ਦਾ ਫਾਇਦਾ ਹੈ ਜਦੋਂ ਤੁਹਾਡੇ ਕੋਲ ਮੋਰ ਦੈਨ ਸਫੀਸ਼ੀਐਂਟ ਟਾਈਮ ਹੋਵੇ। ਹੁਣ ਪੇਪਰ ਤੋਂ 20-25 ਦਿਨ ਪਹਿਲਾਂ, 2 ਮਹੀਨੇ ਪਹਿਲਾਂ ਉਹਨਾਂ ਚੀਜ਼ਾਂ ਨੂੰ ਹੱਥ ਪਾਵਾਂਗੇ ਤਾਂ ਉਲਝਾਂਗੇ। ਸੋ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਇਹ ਕਹੀ ਹੋਈ ਗੱਲ ਜਿਹੜੀ ਆ ਉਹ ਜ਼ਰੂਰ ਸਮਝ ਆਈ ਹੋਊਗੀ। ਤੇ ਕਿਸੇ ਨੂੰ ਕੋਈ ਵੀ ਕੁਐਰੀ ਹੋਵੇ ਤੁਸੀਂ ਸਾਡੇ ਨਾਲ ਇਸ ਨੰਬਰ ਤੇ WhatsApp ਤੇ ਗੱਲ ਕਰ ਸਕਦੇ ਹੋ। ਕੋਸ਼ਿਸ਼ ਹੋਊਗੀ ਕਿ ਅਸੀਂ ਜਲਦੀ ਤੋਂ ਜਲਦੀ ਰਿਪਲਾਈ ਕਰੀਏ, ਪਰ ਫਿਰ ਵੀ ਜੇ ਨਾ ਕਰ ਸਕੇ ਤਾਂ ਤੁਸੀਂ ਐਪ ਦੇ ਥਰੂ ਵੀ ਸਾਡੇ ਨਾਲ ਜੁੜ ਸਕਦੇ ਹੋ, ਕਿਸੇ ਤਰੀਕੇ ਵੀ ਸਾਡੇ ਨਾਲ ਜੁੜ ਸਕਦੇ ਹੋ। ਫਿਲਹਾਲ ਕੋਰਸ ਬਾਏ ਕਰਨ ਦੀ ਬਜਾਏ ਇਸ ਚੀਜ਼ ਤੇ ਫੋਕਸ ਕਰਿਓ ਕਿ ਕੀ ਅਸੀਂ ਚੰਗੀ ਸਟ੍ਰੈਟਜੀ ਨਾਲ ਚੰਗੇ ਤਿਆਰੀ ਕਰ ਸਕਦੇ ਹਾਂ। ਕਿਉਂਕਿ ਜੇ ਹੁਣ ਤੁਸੀਂ ਕੋਰਸ ਬਾਏ ਕਰਨੇ ਆ ਜਾਂ ਤੁਸੀਂ ਕੋਰਸ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਚੰਗੇ ਪੱਧਰ ਦੇ ਪੇਪਰ ਦੀ ਤਿਆਰੀ ਨੂੰ ਟਾਰਗੇਟ ਕਰਕੇ ਹੀ ਕੋਰਸ ਬਾਏ ਕਰੋ, ਜਿਨ੍ਹਾਂ 'ਚ ਸੀਨੀਅਰ ਸਹਾਇਕ ਤੇ PPSC ਦੇ ਹੋਰ ਪੇਪਰ ਆ, ਕਿਉਂਕਿ ਉਹਨਾਂ 'ਚ ਇੱਕ ਚੰਗੀ ਡੈਪਥ ਨਾਲ ਕੀਤੀ ਗਈ ਤਿਆਰੀ ਪੇਪਰ 'ਚ ਆਉਂਦੀ ਆ। ਉੱਥੇ ਲਾਈਆਂ ਮੈਰਾਥਨ ਕੰਮ ਨਹੀਂ ਆਉਂਦੀਆਂ, ਇਹ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ ਕਿ ਉੱਥੇ ਉਹ 1 ਲਾਈਨਰ ਟਾਈਪ ਚੀਜ਼ਾਂ ਜਿਹੜੀਆਂ ਨੇ ਉਹ ਕਿੰਨਾ
ਜਿੰਨਾ ਕੁ ਕੰਮ ਕਰਦੀਆਂ ਏ ਇਹ ਸ਼ਾयद ਮੇਰੇ ਤੋਂ ਵੱਧ ਜੇ ਸੀਰੀਅਸ ਕੈਂਡੀਡੇਟ ਆ, ਦੇਖੋ ਜਿਨ੍ਹਾਂ ਨੇ ਸੀਰੀਅਸਲੀ ਪੜ੍ਹਨਾ ਹੀ ਨਹੀਂ ਉਹ ਤਾਂ ਹੁਣ ਵੀ ਕਹਿ ਦੇਣਗੇ ਕਿ ਆਹ ਚੀਜ਼ ਐਵੇਂ ਸੀ, ਆਹ ਚੀਜ਼ ਉਵੇਂ ਸੀ। ਮੈਂ ਤਾਂ ਸਿਰਫ ਉਹਨਾਂ ਨੰਬਰਾਂ ਦੀ ਗੱਲ ਕਰ ਰਿਹਾ ਜਿੰਨੇ ਨੰਬਰ ਲੈ ਕੇ ਪੇਪਰ ਕਲੀਅਰ ਕਰਨਾ ਹੈ। ਜਿੰਨੇ ਨੰਬਰ ਲੈ ਕੇ ਸਿਰਫ ਲੋਕਾਂ ਨੂੰ ਇਹ ਦੱਸਣਾ ਕਿ ਮੇਰੇ ਇੰਨੇ ਕੁ ਨੰਬਰ ਆ ਗਏ ਆ, ਉਨੇ ਨੰਬਰਾਂ ਵਾਲੀ ਤਾਂ ਭਾਵੇਂ ਤੁਸੀਂ ਵਨ ਲਾਈਨਰ ਟਾਈਪ ਹੀ ਕਰ ਜਾਓ। ਸੀਰੀਅਸਲੀ ਆਪਣੇ ਨੰਬਰ ਆਪ ਸੱਚੇ ਮਨੋਂ ਬਣਾਓ ਤੇ ਆਪਣੇ ਆਪ ਨੂੰ ਪੁੱਛੋ ਕਿ ਹਾਂ ਕਿਉਂ ਪਿੱਛੇ ਰਹਿ ਗਏ, ਕਿਹੜੇ ਸਵਾਲ ਸੀ ਜਿਨ੍ਹਾਂ ਨੇ ਸਾਨੂੰ ਪਛਾੜਤਾ। ਤਾਂ ਕਿੰਨੀ ਡੈਪਥ 'ਚ ਜਾ ਕੇ ਪੀਪੀਐਸਸੀ ਦੇ ਪੇਪਰ ਦੀ ਤਿਆਰੀ ਕਰਨੀ ਪੈਂਦੀ ਆ। ਬਿਨਾਂ ਸੋਚੇ ਕਦੇ ਵੀ ਕੋਈ ਇਸ ਤਰੀਕੇ ਦੀ ਸਲਾਹ ਜਾਂ ਕਮੈਂਟ ਨਾ ਕਰੋ ਜਿਹੜਾ ਇੱਕ ਸੀਰੀਅਸ ਐਸਪੀਰੈਂਟ ਨੂੰ ਪਰੇਸ਼ਾਨ ਕਰ ਦੇ ਕਿ ਬਈ ਉਹਦਾ ਐਵੇਂ ਹੀ ਹੋ ਗਿਆ, ਉਹ ਤਾਂ ਦੱਸ ਰਿਹਾ ਕਿ ਮੇਰੇ 85 ਨੰਬਰ ਬਣੇ ਆ ਤੇ ਉਹਨੇ ਤਾਂ ਪੜ੍ਹਿਆ ਵੀ ਉੱਪਰੋਂ ਸੀ, ਉਹਦੇ 85 ਕਿਵੇਂ ਆ ਗਏ। ਬਸ ਵੇਟ ਕਰਿਓ ਉਹਦੇ ਰਿਜ਼ਲਟ ਤੱਕ, ਤੇ ਜਿੱਦਣ ਰਿਜ਼ਲਟ ਆਊਗਾ ਉਦੋਂ ਤੁਹਾਡੇ ਕੋਲ ਆਪ ਨਹੀਂ ਪੁੱਛਣ ਦਾ ਜੀ ਕਰਨਾ ਉਹਨੂੰ, ਕਿਉਂਕਿ ਪਤਾ ਹੋਊਗਾ ਕਿ ਉਹ ਰਹਿ ਗਿਆ। ਸੋ ਇਸ ਤਰੀਕੇ ਦੀਆਂ ਤਿਆਰੀ ਕਰ ਰਹੇ ਹੋ ਤੁਸੀਂ ਸਾਰੇ, ਇੱਕ ਦੂਜੇ ਨੂੰ ਉਲਝਾਉਣ ਵਾਸਤੇ ਜਾਂ ਨੀਵਾਂ ਦਿਖਾਉਣ ਵਾਸਤੇ ਆਪਣੇ ਆਪ 'ਚ ਇੰਨੇ ਚਲਾਕ ਨਾ ਬਣੋ, ਕਿਉਂਕਿ ਸਾਰੀ ਤੁਸੀਂ ਹਜੇ ਤਿਆਰੀ ਦੇ ਮੋੜ 'ਚ ਹੋ। ਠੀਕ ਆ, ਹਜੇ ਇਮਾਨਦਾਰੀ ਨਾਲ ਤਿਆਰੀ ਕਰ ਲਓ, ਤੁਹਾਡਾ ਉਸੇ 'ਚ ਹੀ ਫਾਇਦਾ ਹੈ। ਉਮੀਦ ਕਰਦਾ ਕਿ ਮੇਰੀ ਗੱਲ ਸਮਝ ਆਈ ਹੋਊਗੀ। ਅੱਜ ਵਾਸਤੇ ਇੰਨਾ ਹੀ ਬਹੁਤ ਹੈ ਜੀ, ਧੰਨਵਾਦ।